देखो सुखबीर सिंह बादल प्रधान श्रोमणी अकाली दल ने कहा सी कि मैनू एक बार नहीं 100 बार बुलाऊंगा 100 बार आऊँगा, पर जिहड़ा बंदा भी गिल्टी है, जिहड़ा कसूरवार है, उन्हें सज़ा मिलनी चाहिए। ये की कहते हैं कि सुखबीर सिंह बादल, बड़ा बादल, बीबी बादल वो तो बाहर निकलते। असीं कहने कि जो भी कसूरवार है उन्हें सज़ा मिलनी चाहिए, कोई भी हो। चाहे हुण पटियाले गोली चली है, SSP ने गोली चलाई है, कि ਉਹਦੇ ਲਈ ਭਗਵੰਤ ਮਾਨ ਜ਼ਿੰਮੇਵਾਰ ਹੈ? ਜੇ ਤਾਂ ਉਹਦੇ ਲਈ ਭਗਵੰਤ ਮਾਨ ਜ਼ਿੰਮੇਵਾਰ ਹੈ, ਫਿਰ ਸੁਖਬੀਰ ਬਾਦਲ ਵੀ ਜ਼ਿੰਮੇਵਾਰ ਹੈ। ਜੇ ਉਹਦੇ ਲਈ ਭਗਵੰਤ ਮਾਨ ਜ਼ਿੰਮੇਵਾਰ ਨਹੀਂ ਹੈ, ਫਿਰ ਸੁਖਬੀਰ ਬਾਦਲ ਕਿਵੇਂ ਜ਼ਿੰਮੇਵਾਰ ਹੈ? ਪਹਿਲਾਂ ਵੀ ਮੈਂ ਕਿਹਾ ਸੀਗਾ ਸਿਰਫ ਡਰਾਮੇ ਕਰ ਰਹੇ ਹਾਂ। ਤੁਹਾਨੂੰ ਪਤਾ ਹੀ ਆ ਰੋਜ਼ ਇਹਨਾਂ ਦੇ ਮਿਨਿਸਟਰ ਘਪਲੇ ਕਰ ਰਹੇ ਹਾਂ। ਔਰ ਉਸ ਟਾਈਮ ਜਿਹੜੀ ਗੋਲੀ ਚੱਲੀ ਆ ਹਿੰਦੁਸਤਾਨ ਦੇ ਇਤਿਹਾਸ 'ਚ ਕਿਤੇ ਨਹੀਂ ਹੈਗਾ ਵੀ ਹੋਮ ਮਿਨਿਸਟਰ ਕੋਈ ਗੋਲੀ ਦੇ ਆਰਡਰ ਦਿੰਦਾ। ਉਹ ਵੀ ਹੋਮ ਮਿਨਿਸਟਰ ਜਿਹੜਾ ਛੁੱਟੀਆਂ ਵਾਸਤੇ ਅਮਰੀਕਾ ਗਿਆ ਹੋਇਆ ਸੀਗਾ। ਔਰ SDM ਨੇ ਬਕਾਇਦਾ ਕੋਰਟ 'ਚ ਬਿਆਨ ਦੇ ਆ ਵੀ ਮੇਰੇ ਆਰਡਰਾਂ ਨਾਲ ਮੈਂ ਹਾਲਾਤ ਦੇਖ ਕੇ ਉੱਥੇ ਜਿਹੜੇ ਆਰਡਰ ਦਿੱਤੇ। ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਤਾਂ ਕਹਿ ਰਹੀ ਹੈ ਕਿ BJP ਜਿਹੜੀ ਹੈ ਸਾਨੂੰ ਹਿਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੋਰ ਵੀ 29 ਸਟੇਟਸ ਹੈਗੀਆਂ, ਕਿੰਨੀਆਂ ਸਰਕਾਰਾਂ ਉੱਥੇ ਹੈਗੀਆਂ। ਸਿਰਫ ਆਮ ਆਦਮੀ ਪਾਰਟੀ ਨੂੰ ਇਹ ਲੱਗਿਆ ਵਾ ਮੇਰੇ ਵਿਧਾਇਕ ਭੱਜਣ। ਦਿੱਲੀ ਵਾਲੇ ਇਕੱਲੇ ਪੈਸੇ ਇਕੱਠੇ ਕਰੀ ਜਾ ਰਹੇ ਆ, ਥੱਲੇ ਵਾਲੇ ਮਿਨਿਸਟਰਾਂ ਨੂੰ ਲੈਣ ਨਹੀਂ ਦਿੰਦੇ। ਗੱਲ ਤਾਂ ਲੜਾਈ ਪੈਸੇ ਦੀ ਹੋ ਰਹੀ ਆ। ਫਰਸਟ੍ਰੇਟ ਹੋ ਕੇ ਫਿਰ MLA ਇੱਧਰ ਉੱਧਰ ਭੱਜ ਰਹੇ ਆ ਤੇ ਐਲੀਗੇਸ਼ਨ ਦੂਸਰੀਆਂ ਪਾਰਟੀਆਂ ਤੇ ਲਾਈ ਜਾਂਦੇ। ਦੇਖੋ ਪਹਿਲਾਂ ਕਾਂਗਰਸ ਪਾਰਟੀ ਨੇ 5 ਸਾਲ ਰਾਜਨੀਤੀ ਕੀਤੀ ਤੇ ਹੁਣ ਆਮ ਆਦਮੀ ਪਾਰਟੀ ਨੇ ਉਹੀ ਰਸਤਾ ਫੜਿਆ। ਜਦੋਂ ਕੁੰਵਰ ਵਿਜੇ ਪ੍ਰਤਾਪ ਇਸ ਕੇਸ ਦੇ ਸਿੱਟ ਦੇ ਚੇਅਰਮੈਨ ਸੀ ਤਾਂ ਜਦੋਂ ਉਹਨਾਂ ਨੇ ਰਾਜਨੀਤੀ ਕੀਤੀ ਤੇ ਮਾਨਯੋਗ ਹਾਈ ਕੋਰਟ ਨੇ ਉਸ ਜਾਂਚ ਦੀਆਂ ਧੱਜੀਆਂ ਉਡਾਈਆਂ। ਉਹਨਾਂ ਨੇ ਕਿਹਾ ਕਿ ਕਿਸੇ ਮੌਜੂਦਾ ਅਫਸਰ ਦੇ ਲੱਤਾਂ 'ਚ ਭਾਰ ਨਹੀਂ ਚੱਲਦੀਆਂ, ਇਹਨਾਂ ਨੂੰ ਅਰੈਸਟ ਕਰਨ ਲਈ। ਮੇਰਾ ਤੁਹਾਡੇ ਰਾਹੀਂ ਸਵਾਲ ਆ, ਔਰ ਤੁਸੀਂ ਵੀ ਜ਼ਰੂਰਤ ਕਰਿਓ ਜੇ ਕਿਤੇ ਟੱਕਰੇ ਉਹਨਾਂ ਨੂੰ ਪੁੱਛਿਓ ਜ਼ਰੂਰ ਵੀ 3.5 ਸਾਲ 3.25 ਸਾਲ ਤੁਸੀਂ ਚੇਅਰਮੈਨ ਰਹੇ ਹੋ ਉਸ ਸਿੱਟ ਦੇ ਤੇ ਤੁਹਾਡੀਆਂ ਲੱਤਾਂ ਭਾਰ ਨਹੀਂ ਸੀ ਚੱਲਦੀਆਂ। ਜੇ ਕੋਈ ਸਬੂਤ ਸੀਗਾ ਫਿਰ ਤੁਸੀਂ ਕਿਉਂ ਨਹੀਂ ਅਰੈਸਟ ਕੀਤਾ? ਬਾਦਲ ਸਾਹਿਬ ਨੇ ਆਪ ਫੋਨ ਕਰਕੇ ਰਿਕੁਐਸਟ ਕੀਤਾ ਕਿ ਮੈਂ ਚਾਹੁੰਦਾ ਸਿੱਟ ਸਾਰੀ ਆਵੇ ਔਰ ਬੜੇ ਪਾਰਦਰਸ਼ੀ ਤਰੀਕੇ ਨਾਲ ਮੈਨੂੰ ਜੋ ਪੁੱਛਗਿੱਛ ਕਰਨੀ ਹੈ ਤੁਸੀਂ ਕਰੋ ਵੀ ਬਿਲਕੁਲ ਹੀ ਕਹੋ। ਪਾਲ ਚੀਮਾ ਸਾਹਿਬ ਤਾਂ ਐ ਭੁੱਲ ਗਏ ਕਿ ਉਹ ਪੰਜਾਬ ਦੇ ਖਜ਼ਾਨਾ ਮੰਤਰੀ ਨੇ, ਭਾਜਪਾ ਦੇ ਖਜ਼ਾਨਚੀ ਨਹੀਂ ਆ। ਤੁਸੀਂ ਦੇਖ ਸਕਦੇ ਹੋ ਕਿ ਨਾਅਰੇਬਾਜ਼ੀਆਂ ਸ਼ੁਰੂ ਹੋ ਗਈਆਂ। ਉਹਨਾਂ ਦੇ ਜਿਹੜੇ ਸਮਰਥਕ ਇੱਥੇ ਆਏ ਨੇ, ਜਿਹੜੇ ਉਹਨਾਂ ਦੇ ਸਮਰਥਕ ਆਏ ਨੇ, ਇਕੱਠੇ ਹੋਏ ਨੇ, ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਇੱਥੇ ਜਿਹੜੀ ਹੈ ਉਹਨਾਂ ਦੇ ਸਮਰਥਨ ਦੇ ਵਿੱਚ ਜਿਹੜੀ ਹੈ ਨਾਅਰੇ ਲਾਣੇ ਸ਼ੁਰੂ ਕਰ ਦਿੱਤੇ ਨੇ। ਪਰ ਤੁਸੀਂ ਦੇਖ ਸਕਦੇ ਹੋ ਕਿ ਹੁਣੀ ਥੋੜੀ ਦੇਰ ਦੇ ਬਾਅਦ ਸੁਖਬੀਰ ਬਾਦਲ ਜਿਹੜੇ ਨੇ ਉਹ ਆ ਰਹੇ ਨੇ ਤੇ ਉਹ ਪੇਸ਼ੀ ਹੋਣ ਜਾ ਰਹੀ ਹੈ ਉਹਨਾਂ ਦੀ। ਅੱਜ ਇੱਥੇ ਕੋਟਕਪੂਰਾ ਗੋਲੀकांड ਦੇ ਵਿੱਚ ਅੱਜ ਉਹਨਾਂ ਦੀ ਪੇਸ਼ੀ ਹੋਣ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਉਹਨਾਂ ਦੇ ਸਮਰਥਕ ਨੇ ਉਹਨਾਂ ਨੂੰ ਮਿਲਣ ਵਾਸਤੇ ਗੱਡੀ ਦੇ ਅੱਗੇ ਬਾਰ-ਬਾਰ ਆ ਰਹੇ ਨੇ ਤੇ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਜਿਹੜਾ ਹੈ ਸਮਰਥਨ ਦੇਣ ਲਈ ਆ ਰਹੇ ਨੇ। ਪਰ ਬਾਵਜੂਦ ਉਹਦੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਭੀੜ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਉਹਨਾਂ ਘੇਰੀ ਹੋਈ ਹੈ। ਆਗੂਆਂ ਦੇ ਨਾਲ ਮਿਲ ਰਹੇ ਨੇ, ਆਪਣੇ ਆਗੂਆਂ ਦੇ ਨਾਲ ਉਹ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਆਪਣੇ ਆਗੂਆਂ ਦੇ ਨਾਲ ਮਿਲਦੇ ਨਜ਼ਰ ਆ ਰਹੇ ਨੇ। ਤੁਹਾਨੂੰ ਦੇਖ ਸਕਦੇ ਹੋ, ਦੇਖੋ ਇਸ ਗੱਡੀ ਦੇ ਵਿੱਚ ਅੱਗੇ ਸੁਖਬੀਰ ਬਾਦਲ ਉਸ ਤਰਫ ਨੇ ਜਿਹੜੇ ਉਹ ਬੈਠ ਰਹੇ ਨੇ, ਪਿੱਛੇ ਉਹਨਾਂ ਦੇ ਨਾਲ ਚੀਮਾ ਵੀ ਬੈਠੇ ਹੋਏ ਨੇ, ਹੋਰ ਸਾਰੇ ਕਾਫੀ ਸਾਰੇ ਜਿਹੜੇ ਇਹਨਾਂ ਦੇ ਲੀਡਰ ਨੇ ਉਹਨਾਂ ਦੇ ਨਾਲ ਨੇ, ਉਹਨਾਂ ਦੇ ਨਾਲ ਅੰਦਰ ਹੀ ਜਾ ਰਹੇ ਨੇ ਜਿਹੜੇ ਲੀਡਰਸ ਨੇ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਲੀਡਰਸ ਵੀ ਉਹਨਾਂ ਨੂੰ ਸਮਰਥਨ ਦਿੰਦੇ ਹੋਏ ਅੰਦਰ ਜਾ ਰਹੇ ਨੇ। ਦਲਜੀਤ ਚੀਮਾ ਉਹ ਵੀ ਉਹਨਾਂ ਦੇ ਨਾਲ ਬੈਠ ਕੇ ਅੰਦਰ ਗਏ ਨੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਸੁਖਬੀਰ ਬਾਦਲ ਉਹਨਾਂ ਦੀ ਪਹੁੰਚ ਚੁੱਕੇ ਨੇ, ਉਹਨਾਂ ਦੀ ਗੱਡੀ ਅੰਦਰ ਚਲੇ ਗਈ ਹੈ ਔਰ ਉਹ ਅੰਦਰ ਜਾ ਚੁੱਕੇ ਨੇ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਜ ਉਹਨਾਂ ਦੀ ਪੇਸ਼ੀ ਹੈ ਇੱਥੇ ਤੇ ਉਹ ਜਿਹੜੇ ਪੰਜਾਬ ਪੁਲਿਸ ਆਫਿਸਰਸ ਇੰਸਟੀਚਿਊਟ ਹੈਗਾ ਉਹਦੇ ਵਿੱਚ ਆਪਣੇ ਦੂਜੇ ਲੀਡਰਾਂ ਦੇ ਨਾਲ ਇਸ ਟਾਈਮ ਉਹ ਅੰਦਰ ਚਲੇ ਗਏ ਨੇ, ਅੰਦਰ ਪਹੁੰਚ ਗਏ ਨੇ। ਉਹਨਾਂ ਦੀ ਇੱਥੇ ਪੇਸ਼ੀ ਹੋਏਗੀ ਕਿਉਂਕਿ ਉਸ ਤੋਂ ਪਹਿਲੇ ਬਾਈਬਲ ਕਲਾ ਗੋਲੀकांड ਦੇ ਵਿੱਚ ਉਹਨਾਂ ਦੀ ਪੇਸ਼ੀ ਹੋਈ ਸੀ ਤੇ ਅੱਜ ਉਹਨਾਂ ਦੀ ਪੇਸ਼ੀ ਜਿਹੜੀ ਹੈਗੀ ਇੱਥੇ ਕੋਟਕਪੂਰਾ ਗੋਲੀकांड ਦੇ ਵਿੱਚ ਉਹਨਾਂ ਦੀ ਅੱਜ ਇੱਥੇ ਪੇਸ਼ੀ ਹੋਣੀ ਹੈ। ਤੁਸੀਂ ਦੇਖ ਸਕਦੇ ਹੋ ਕਿ ਲੀਡਰਸ ਜਿਹੜੇ ਸੀ ਉਹਨਾਂ ਦੇ ਨਾਲ ਦਲਜੀਤ ਚੀਮਾ ਹੋਰ ਲੀਡਰਸ ਜਿਹੜੇ ਸੀ ਉਹਨਾਂ ਦੇ ਨਾਲ ਬੈਠ ਕੇ ਪੇਸ਼ ਉਹਨਾਂ ਨੂੰ ਕਰਾਉਣ ਵਾਸਤੇ ਗਏ ਨੇ। ਆਫਿਸਰਸ ਇੰਸਟੀਚਿਊਟ ਤੱਕ ਉਹਨਾਂ ਦੇ ਨਾਲ ਗਏ ਨੇ ਤੇ ਹੋਰ ਜਿਹੜੇ ਬਾਕੀ ਦੇ ਲੀਡਰਸ ਨੇ ਉਹ ਇੱਥੇ ਆਲਰੇਡੀ ਖੜੇ ਹੋਏ ਨੇ। ਜਿਸ
ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜੇ ਅਸੀਂ ਗੱਲਬਾਤ ਕਰੀਏ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਬਾਕੀ ਦੇ ਲੀਡਰ ਸਾਹਿਬਾਨ ਜਿਹੜੇ ਨੇ ਉਹ ਇੱਥੇ ਖੜੇ ਹੋਏ ਨੇ। ਗੱਲਬਾਤ ਜਿਹੜੀ ਹੈ ਆਲਰੇਡੀ ਇੱਥੇ ਹੋ ਰਹੀ ਹੈ ਤੇ ਇਸ ਤਰੀਕੇ ਦੇ ਨਾਲ ਅੱਜ ਇੱਥੇ ਕੋਟਕਪੂਰਾ ਗੋਲੀकांड ਦੇ ਵਿੱਚ ਜੋ ਇਹਨਾਂ ਦੀ ਪੇਸ਼ੀ ਹੈਗੀ ਹੈ, ਜੇ ਗੱਲ ਕਰੀਏ ਤਾਂ ਸੁਖਬੀਰ ਬਾਦਲ ਦੀ ਜਿਹੜੇ ਕਿ ਪ੍ਰਧਾਨ ਨੇ ਉਹ ਅੱਜ ਇੱਥੇ ਪੇਸ਼ੀ ਤੇ ਆਏ ਨੇ ਤੇ ਗੱਲਬਾਤ ਜਿਹੜੀ ਹੈ ਹੋ ਰਹੀ ਹੈ ਉਹਨਾਂ ਦੀ ਆਲਰੇਡੀ। एनके शर्मा साडे नाल ने, उन्होंने गलबात कर लेने। शर्मा जी अज फिर पेशी ते लेके आए हो तुसीं सुखबीर बादल जी नूं? ਪਹਿਲਾਂ ਵੀ ਮੈਂ ਕਿਹਾ ਸੀਗਾ ਸਿਰਫ ਡਰਾਮੇ ਕਰ ਰਹੇ ਹਾਂ। ਤੁਹਾਨੂੰ ਪਤਾ ਹੀ ਆ ਰੋਜ਼ ਇਹਨਾਂ ਦੇ ਮਿਨਿਸਟਰ ਘਪਲੇ ਕਰ ਰਹੇ ਹਾਂ। ਹੁਣ ਕੱਲ ਪਰਸੋਂ ਫਿਰ ਜਿਹੜਾ ਤੁਹਾਡੇ ਸਾਹਮਣੇ ਆ ਵੀ ਇੱਕ ਪੀਏ ਤੇ ਮਿਨਿਸਟਰ ਆਪ 2.5 ਕਰੋੜ ਰੁਪਏ ਘਪਲੇ ਦੀ ਲੈਣ ਦੇਣ ਦੀ ਗੱਲਬਾਤ ਜਿਹੜੀ ਹੋ ਰਹੀ ਆ ਤੇ ਅਖਬਾਰਾਂ 'ਚ ਰੋਜ਼ ਆ ਰਿਹਾ, ਉਹਦਾ ਧਿਆਨ ਭਟਕਾਉਣ ਵਾਸਤੇ ਅੱਜ ਫਿਰ ਇੱਥੇ ਬੁਲਾਇਆ ਹੈਗਾ, ਜਦ ਕਿ 4 ਵਾਰੀ ਪੇਸ਼ ਹੋ ਕੇ ਸਾਰਾ ਕੁਝ ਕਲੀਅਰ ਕਰ ਚੁੱਕੇ। ਔਰ ਉਸ ਟਾਈਮ ਜਿਹੜੀ ਗੋਲੀ ਚੱਲੀ ਆ ਹਿੰਦੁਸਤਾਨ ਦੇ ਇਤਿਹਾਸ 'ਚ ਕਿਤੇ ਨਹੀਂ ਹੈਗਾ ਵੀ ਹੋਮ ਮਿਨਿਸਟਰ ਕੋਈ ਗੋਲੀ ਦੇ ਆਰਡਰ ਦਿੰਦਾ, ਉਹ ਵੀ ਹੋਮ ਮਿਨਿਸਟਰ ਜਿਹੜਾ ਛੁੱਟੀਆਂ ਵਾਸਤੇ ਅਮਰੀਕਾ ਗਿਆ ਹੋਇਆ ਸੀਗਾ। ਔਰ ਐਸਡੀਐਮ ਨੇ ਬਕਾਇਦਾ ਕੋਰਟ 'ਚ ਬਿਆਨ ਦੇ ਆ ਵੀ ਮੇਰੇ ਆਰਡਰਾਂ ਨਾਲ ਮੈਂ ਹਾਲਾਤ ਦੇਖ ਕੇ ਉੱਥੇ ਜਿਹੜੇ ਆਰਡਰ ਦਿੱਤੇ ਸੀਗੇ। ਹੁਣ ਉਹਦੇ 'ਚ ਹੋਰ ਕਿਆ ਇਨਵੈਸਟੀਗੇਟ ਕਰਨਾ, ਸਿਰਫ ਇਹ ਆ ਵੀ ਅੱਜ ਦੀ ਖਬਰ ਤੁਹਾਡੀ ਬਣ ਜਾਣੀ ਆ, ਅਖਬਾਰਾਂ 'ਚ ਡੱਬੀਆਂ ਬਣ ਜਾਣੀਆਂ, ਸਰਕਾਰ ਲੋਕ ਇੱਧਰ ਉੱਧਰ ਦੇਖਣਗੇ, ਬਸ ਆਹ ਕੰਮ ਹੈਗਾ। ਪਰ ਸ਼੍ਰੋਮਣੀ ਅਕਾਲੀ ਦਲ ਸਾਨੂੰ ਕੋਰਟਾਂ 'ਤੇ ਪੂਰਾ ਵਿਸ਼ਵਾਸ ਹੈ, ਇਨਸਾਫ ਪਸੰਦ ਪਾਰਟੀ ਹੈ, ਜਦ ਵੀ ਜਿਹੜਾ ਵੀ ਜਿੱਥੇ ਬੁਲਾਊਗਾ ਅਸੀਂ ਹਾਜ਼ਰ ਹੋਣ ਨੂੰ ਤਿਆਰ। ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਤਾਂ ਕਹਿ ਰਹੀ ਹੈ ਕਿ ਬੀਜੇਪੀ ਜਿਹੜੀ ਹੈ ਸਾਨੂੰ ਹਿਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੱਲ ਬਹੁਤ ਵੱਡੀ ਪ੍ਰੈਸ ਕਾਨਫਰੰਸ ਹੋਈ ਹੈ। ਐਕਚੁਅਲੀ ਨਾ ਜੀ ਇਹਨਾਂ ਨੂੰ ਆਪਣੇ ਵਿਧਾਇਕਾਂ ਤੇ ਕੌਨਫੀਡੈਂਸ ਨਹੀਂ ਹੈ। ਤੁਸੀਂ ਦੇਖੋ ਵੀ ਦੇਸ਼ 'ਚ ਹੋਰ ਵੀ 29 ਸਟੇਟਸ ਹੈਗੀਆਂ, ਕਿੰਨੀਆਂ ਸਰਕਾਰਾਂ ਉੱਥੇ ਹੈਗੀਆਂ, ਸਿਰਫ ਆਮ ਆਦਮੀ ਪਾਰਟੀ ਨੂੰ ਇਹ ਲੱਗਿਆ ਵਾ ਮੇਰੇ ਵਿਧਾਇਕ ਭੱਜਣ, ਕਿਉਂਕਿ ਲੁੱਟ ਖੁੱਟ ਹੁਣ ਦਿੱਲੀ ਵਾਲੇ ਇਕੱਲੇ ਪੈਸੇ ਇਕੱਠੇ ਕਰੀ ਜਾ ਰਹੇ ਆ, ਥੱਲੇ ਵਾਲੇ ਮਿਨਿਸਟਰਾਂ ਨੂੰ ਲੈਣ ਨਹੀਂ ਦਿੰਦੇ। ਗੱਲ ਤਾਂ ਲੜਾਈ ਪੈਸੇ ਦੀ ਹੋ ਰਹੀ ਆ, ਫਰਸਟ੍ਰੇਟ ਹੋ ਕੇ ਫਿਰ ਐਮਐਲਏ ਇੱਧਰ ਉੱਧਰ ਭੱਜ ਰਹੇ ਆ ਤੇ ਐਲੀਗੇਸ਼ਨ ਦੂਸਰੀਆਂ ਪਾਰਟੀਆਂ ਤੇ ਲਾਈ ਜਾਂਦੇ ਆ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖ ਸਕਦੇ ਹੋ ਕਿ ਐਸਐਮ ਐਨਕੇ ਸ਼ਰਮਾ ਜੀ ਸਾਡੇ ਨਾਲ ਸੀਗੇ। ਹੁਣ ਐਨਕੇ ਸ਼ਰਮਾ ਨੇ ਗੱਲਬਾਤ ਕੀਤੀ ਹੈ, ਉਹਨਾਂ ਦੇ ਜਿਹੜੇ ਕਿ ਲੀਡਰ ਨੇ, ਆਗੂ ਨੇ, ਉਹਨਾਂ ਨੇ ਹੁਣੀ ਸਾਡੇ ਨਾਲ ਗੱਲਬਾਤ ਕੀਤੀ ਹੈ। ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਕਿਹਾ ਕਿ ਬਿਲਕੁਲ ਇਹ ਜਿਹੜੀਆਂ ਹੈਗੀਆਂ ਨੇ ਬਾਰ-ਬਾਰ ਸਿਰਫ ਤੇ ਸਿਰਫ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਉਹ ਸਿਰਫ ਇਸ ਕਰਕੇ ਵੀ ਕੀਤੀਆਂ ਜਾ ਰਹੀਆਂ ਨੇ। ਕਿੰਨੇ ਵਾਰੀ ਜਿਹੜੇ ਨੇ ਸੁਖਬੀਰ ਬਾਦਲ ਉਹ ਪੇਸ਼ ਹੋ ਚੁੱਕੇ ਨੇ ਆਲਰੇਡੀ ਲੋਕਾਂ ਦੇ ਇੱਥੇ ਐਸਆਈਟੀ ਦੇ ਸਾਹਮਣੇ, ਆਪਣੀ ਬਾਰ-ਬਾਰ ਉਹ ਗੱਲਾਂ ਰੱਖ ਚੁੱਕੇ ਨੇ, ਗੱਲਾਂ ਕਹਿ ਚੁੱਕੇ ਨੇ, ਬਾਵਜੂਦ ਉਸ 'ਤੇ ਵੀ ਜਿਹੜਾ ਹੈਗਾ ਉਹਨਾਂ ਨੂੰ ਬੁਲਾਇਆ ਜਾ ਰਿਹਾ, ਜਦਕਿ ਉਹਨਾਂ ਦਾ ਇਹ ਅਕਾਲੀ ਦਲ ਦੀ ਇਹੀ ਸਫਾਈ ਹੈ ਆਪਣੇ ਤੌਰ 'ਤੇ। ਉਹਨਾਂ ਦਾ ਕਹਿਣਾ ਹੈ ਕਿ ਐਸਡੀਐਮ ਜਿਹੜੇ ਨੇ ਉਹ ਕਦੇ ਵੀ ਕਿਸੇ ਤਰੀਕੇ ਦਾ ਵੀ ਆਰਡਰਸ ਨਹੀਂ ਦਿੰਦੇ, ਕਦੀ ਵੀ ਇਤਿਹਾਸ ਦੇ ਵਿੱਚ ਇਹੋ ਜਿਹਾ ਕਦੀ ਨਹੀਂ ਹੋਇਆ ਕਿ ਆਰਡਰ ਜਿਹੜਾ ਹੈਗਾ ਉਹ ਐਸਡੀਐਮ ਨੇ ਦਿੱਤਾ ਹੋਵੇ। ਤੇ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਜਿਹੜਾ ਇਸ ਟਾਈਮ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਬਾਦਲ, ਉਹਨਾਂ ਦੀ ਪੇਸ਼ੀ ਇਸ ਟਾਈਮ ਐਸਆਈਟੀ ਦੇ ਸਾਹਮਣੇ ਹੈਗੀ ਹੈ। ਉਹ ਅੰਦਰ ਗਏ ਹੋਏ ਨੇ ਤੇ ਉੱਥੇ ਉਹਨਾਂ ਦੀ ਪੇਸ਼ੀ ਆਲਰੇਡੀ ਜਿਹੜੀ ਹੈ ਹੋ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਾਰੀ ਦੇ ਸਾਰੀ ਅਕਾਲੀ ਪਾਰਟੀ, ਅਕਾਲੀ ਜਿਹੜੇ ਲੀਡਰਸ ਨੇ ਉਹ ਇੱਥੇ ਆਏ ਨੇ ਤੇ ਉਹ ਇੱਥੇ ਆ ਕੇ ਉਹ ਆਪਣੇ ਤਰੀਕੇ ਦੇ ਨਾਲ ਜਿਹੜੀ ਹੈ ਗੱਲਬਾਤ ਕਰ ਰਹੇ ਨੇ। ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਇੱਥੇ ਸੁਰਜੀਤ ਸਿੰਘ ਰਖੜਾ ਨੇ, ਰਖੜਾ ਜੀ ਨਾਲ ਗੱਲ ਕਰ ਲੈਂਦੇ ਆ। ਹਾਂਜੀ ਬਾਹਰ ਖੜੇ ਜੀ। ਸੁਰਜੀਤ ਰਖੜਾ ਨੇ ਸਾਡੇ ਨਾਲ, ਉਹਨਾਂ ਨਾਲ ਗੱਲ ਕਰ ਲੈਂਦੇ ਆ, ਅਕਾਲੀ ਆਗੂ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਖੜਾ ਸਾਹਿਬ ਅੱਜ ਪੇਸ਼ੀ ਤੇ ਆਏ ਨੇ ਸੁਖਬੀਰ ਬਾਦਲ, ਕਿਵੇਂ ਦੇਖ ਰਹੇ ਹੋ ਤੁਸੀਂ ਇਹਨੂੰ? ਦੇਖੋ, ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀ ਕਿ ਮੈਨੂੰ ਇੱਕ ਵਾਰ ਨਹੀਂ 100 ਵਾਰ ਬੁਲਾਉਣਗੇ, 100 ਵਾਰ ਆਊਂਗਾ। ਪਰ ਜਿਹੜਾ ਬੰਦਾ ਵੀ ਗਿਲਟੀ ਹੈ, ਜਿਹੜਾ ਕਸੂਰਵਾਰ ਹੈ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਅੱਜ 8-10 ਸਾਲ ਹੋ ਗਏ ਆਹੀ ਗੱਲਾਂ ਚੱਲ ਰਹੀਆਂ ਨੇ, ਇੱਕ ਸਿੱਟ ਬਣ ਗਈ, ਨਵੀਂ ਬਣ ਗਈ, ਤੀਜੀ ਬਣ ਗਈ, ਚੌਥੀ ਬਣ ਗਈ, ਕਿ ਐਂਡ ਪਰ ਜੱਟ ਤੇ ਨਿਕਲੀਏ ਕਿਸ ਤੇ। ਜੋ ਕਸੂਰਵਾਰ ਨੇ ਇਹ ਕੀ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ, ਵੱਡਾ ਬਾਦਲ, ਬੀਬੀ ਬਾਦਲ ਉਹ ਤੋਂ ਬਾਹਰ ਨਿਕਲਦੇ। ਅਸੀਂ ਕਹਿੰਦੇ ਹਾਂ ਕਿ ਜੋ ਵੀ ਕਸੂਰਵਾਰ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਕੋਈ ਵੀ ਹੋਵੇ, ਚਾਹੇ ਵੱਡਾ ਹੋਵੇ ਛੋਟਾ ਹੋਵੇ, ਕੋਈ ਇਹਦੇ ਬਖਸ਼ਣ ਵਾਲੀ ਗੱਲ ਨਹੀਂ ਹੈ। ਪਰ ਉਹਨਾਂ ਨੇ
ਤਾਂ ਉਹਨਾਂ ਦਾ ਕਹਿਣਾ ਇਹ ਹੈਗੀ ਕਿ ਸਰਕਾਰ ਉਸ ਟਾਈਮ ਜਿਹੜੀ ਸੀ ਉਹ ਤੁਹਾਡੀ ਸੀਗੀ, ਅਕਾਲੀ ਦਲ ਦੀ ਸਰਕਾਰ ਸੀ। ਅਕਾਲੀ ਦਲ ਦੀ ਸਰਕਾਰ ਦੇ ਨਾਲ ਨਾਲ ਜਿਹੜੇ ਡਿਪਟੀ ਸੀਐਮ ਸੀਗੇ ਉਹ ਸੁਖਬੀਰ ਬਾਦਲ ਸੀਗੇ। ਉਹਨਾਂ ਦਾ ਬੇਸਿਕਲੀ ਜਿਹੜਾ ਹੈਗਾ ਗੱਲ ਇੱਥੇ ਆ ਕੇ ਠਹਿਰਦੀ ਹੈ ਔਰ ਬਾਰ-ਬਾਰ ਉਹਨਾਂ ਦੀ ਇਹੀ ਗੱਲ ਕਹਿਣਾ ਹੈਗਾ ਕਿ ਕਿਉਂਕਿ ਸਰਕਾਰਾਂ ਦੇ ਬਿਨਾਂ ਪੱਤਾ ਨਹੀਂ ਹਿਲ ਸਕਦਾ ਤੇ ਹਮੇਸ਼ਾ ਜਿਹੜਾ ਉਹਨਾਂ ਦੀ ਨੌਲੇਜ 'ਚ ਹੁੰਦਾ ਹੈ। ਹੁਣ ਪਟਿਆਲੇ ਗੋਲੀ ਚੱਲੀ ਹੈ, ਐਸਐਸਪੀ ਨੇ ਗੋਲੀ ਚਲਾਈ ਹੈ, ਕੀ ਉਹਦੇ ਲਈ ਭਗਵੰਤ ਮਾਨ ਜ਼ਿੰਮੇਵਾਰ ਹੈ? ਜੇ ਤਾਂ ਉਹਦੇ ਲਈ ਭਗਵੰਤ ਮਾਨ ਜ਼ਿੰਮੇਵਾਰ ਹੈ ਫਿਰ ਸੁਖਬੀਰ ਬਾਦਲ ਵੀ ਜ਼ਿੰਮੇਵਾਰ ਹੈ। ਜੇ ਉਹਦੇ ਲਈ ਭਗਵੰਤ ਮਾਨ ਜ਼ਿੰਮੇਵਾਰ ਨਹੀਂ ਹੈ ਫਿਰ ਸੁਖਬੀਰ ਬਾਦਲ ਕਿਵੇਂ ਜ਼ਿੰਮੇਵਾਰ ਹੈ? ਆ ਹੁਣ ਆਪਣੇ ਸਾਹਮਣੇ ਚੱਲੀ ਹੈ। ਫਿਰ ਇਹ ਕਹਿਣ ਤੇ ਕਰਨ ਦੇ ਵਿੱਚ ਬੜਾ ਵੱਡਾ ਫਰਕ ਹੈ। ਜੇ ਕਿਸੇ ਦੀ ਗੱਲ ਹੈ ਤਾਂ ਆਪਾਂ ਕਹਿੰਦੇ ਉਹ ਜ਼ਿੰਮੇਵਾਰ ਹੈ, ਜੇ ਸਾਡੇ ਦੀ ਗੱਲ ਆਉਂਦੀ ਹੈ ਤਾਂ ਕੋਈ ਹੋਰ ਜ਼ਿੰਮੇਵਾਰ ਹੈ। ਅਕਾਲੀ ਦਲ ਇਸ ਟਾਈਮ ਕਿਸ ਤਰੀਕੇ ਦੇ ਨਾਲ ਹੈ? ਕਿਉਂਕਿ ਪਿੱਛੇ ਬਹੁਤ ਸਾਰੀਆਂ ਗੱਲਾਂ ਹੋਈਆਂ ਸੀ ਕਿ ਅਕਾਲੀ ਦਲ ਥੋੜਾ ਬਿਖਰ ਰਿਹਾ ਹੈ ਜਾਂ ਕੋਈ ਇੱਦਾਂ ਦੀਆਂ ਗੱਲਾਂ ਆਈਆਂ ਸੀਗੀਆਂ ਕਿ ਨਿਗਾਰਵਾਲ ਚਲੇ ਗਿਆ, ਥੋੜਾ ਮਤਲਬ ਇਹਦੀ ਬਿਖਰ ਗਿਆ ਆਪਸ ਦੇ ਵਿੱਚ। ਦੁਬਾਰਾ ਤੋਂ ਜਿਹੜਾ ਆਪਣੇ ਆਪ ਨੂੰ ਇਕੱਠਾ ਕਰਨ ਲਈ ਕੋਸ਼ਿਸ਼ਾਂ ਪਿੱਛੇ ਕੀਤੀਆਂ ਗਈਆਂ, ਨਵੇਂ ਸਿਰੇ ਤੋਂ ਜਿਹੜਾ ਅਕਾਲੀ ਦਲ ਦੀ ਬਣਤਰ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਅਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਹੈ, ਕੋਈ ਸਾਰੀਆਂ ਪਾਰਟੀਆਂ ਦੇ ਵਿੱਚ ਡਿਫਰੈਂਸਿਸ ਨੇ। ਕੋਈ ਪਾਰਟੀ ਦੇ ਲਓ, ਇੱਕ ਅਕਾਲੀ ਦਲ ਹੈ ਬਿਲਕੁਲ ਇਕੱਠਾ ਹੈ, ਇੱਕ ਮੁੱਠਾ ਹੈ। ਜੋ ਵੀ ਕਰਨਾ, ਕਦੇ ਸੁਣਿਆ ਕੋਈ ਬਿਆਨ ਪ੍ਰਧਾਨ ਦੇ ਖਿਲਾਫ ਹੋਇਆ ਹੋਵੇ, ਕਿਸੇ ਹੋਰ ਦੇ ਬਿਆਨ? ਆਪਾਂ ਲੋਕਾਂ ਦੇ ਦੇਖ ਰਹੇ ਹਾਂ, ਕਾਂਗਰਸ ਦੇ ਵਿੱਚ ਦੇਖ ਲਓ ਕੀ ਕੁਝ ਹੋ ਰਿਹਾ, ਆਪ ਦੇ ਵਿੱਚ ਕੀ ਹੋ ਰਿਹਾ। ਤੇ ਇੱਕ ਅਕਾਲੀ ਦਲ ਹੈ ਜਿੱਥੇ ਕੋਈ ਹੇਰਾਫੇਰੀ ਨਹੀਂ, ਕੋਈ ਠੱਗੀ ਕੋਈ ਨਹੀਂ, ਸਾਰਾ ਅਕਾਲੀ ਦਲ ਇਕੱਠਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਸਥਿਤੀ ਹੈ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਕਿਉਂਕਿ ਡੈਫੀਨੇਟਲੀ ਇਸ ਵਾਰ ਜੇ ਚੋਣਾਂ ਦੀ ਗੱਲ ਕਰੀਏ ਤਾਂ ਕਾਫੀ ਪਿੱਛੇ ਪੈ ਗਈ ਅਕਾਲੀ ਦਲ। ਦੇਖੋ, ਇਹਨਾਂ ਨੇ ਇੱਕੋ ਜ਼ੋਰ ਲਾਇਆ, ਬੇਅਦਬੀ ਦੀ ਗੱਲ ਕੀਤੀ, ਹੋਰ ਦੀ ਗੱਲ ਕੀਤੀ, ਇਹਨਾਂ ਨੇ ਛੁੱਟਣ ਦੀ ਕੋਸ਼ਿਸ਼ ਕੀਤੀ। ਉਹ ਸਜ਼ਾ ਸੀ ਭੁਗਤੀ ਵੀ ਹੈ, ਪਰ ਹੁਣ ਲੋਕਾਂ ਦੇ ਵਿੱਚ ਗੱਲ ਚਲੀ ਗਈ ਕਿ ਅਸਲ ਕੀ ਹੈ ਕਿ ਦੇਖ ਲਿਆ ਹੁਣ ਲੋਕਾਂ ਨੇ। ਅਖੀਰ ਦੇ ਵਿੱਚ ਗੁਰੂ ਨੇ ਕਿਰਪਾ ਕਰਨੀ, ਸੱਚੇ ਪਾਤਸ਼ਾਹ ਨੇ ਮਿਹਰ ਕਰਨੀ, ਅਕਾਲੀ ਦਲ ਚੜ੍ਹਦੀ ਕਲਾ ਚਾਹੂਗਾ, ਅੱਜ ਸਰਕਾਰ ਸਾਡੀ ਬਣੂਗੀ। ਬਹੁਤ ਬਹੁਤ ਧੰਨਵਾਦ ਜੀ। ਸਾਡੇ ਨਾਲ ਸੀਗੇ ਸੁਰਜੀਤ ਰਖੜਾ, ਜਿਨ੍ਹਾਂ ਨੇ ਕਿ ਬੜੇ ਆਰਾਮ ਦੇ ਨਾਲ ਤੇ ਬੜੇ ਸਾਫ਼ ਤਰੀਕੇ ਦੇ ਨਾਲ ਕਿਹਾ ਕਿ ਅਕਾਲੀ ਦਲ ਜਿਹੜਾ ਪਾਰਟੀ ਹੈਗੀ ਹੈ ਉਹਦੀ ਸਥਿਤੀ ਠੀਕ ਠਾਕ ਹੈਗੀ ਹੈ, ਕੋਈ ਐਸੀ ਗੱਲ ਨਹੀਂ ਹੈਗੀ, ਅਕਾਲੀ ਦਲ ਇੱਕ ਮੁੱਠ ਹੈਗੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਪ੍ਰਧਾਨ ਜਿਹੜੇ ਨੇ ਉਹੀ ਸਾਡੇ ਪ੍ਰਧਾਨ ਨੇ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਬਾਰ-ਬਾਰ ਜਿਹੜੀ ਇੰਨੇ ਸਾਲਾਂ ਤੋਂ ਇਸ ਮਾਮਲੇ ਨੂੰ ਸਿਰਫ ਇੱਕ ਰਿੜਕਿਆ ਹੀ ਜਾ ਰਿਹਾ, ਅਸਲ ਦੇ ਵਿੱਚ ਇਹਦੇ ਵਿੱਚ ਹੈ ਕੁਝ ਨਹੀਂ ਹੈ। ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਕਿ ਅਸੀਂ ਕਹਿੰਦੇ ਹਾਂ ਕਿ ਉਹਨਾਂ ਨੇ ਖਾਸ ਕਰਕੇ 3 ਨਾਮ ਲਏ ਅਕਾਲੀ ਦਲ ਦੇ ਜਿਹੜੇ ਮੇਨ ਆਗੂ ਨੇ। ਉਹਨਾਂ ਨੇ ਕਿਹਾ ਕਿ ਵੱਡੇ ਬਾਦਲ ਜਾਂ ਛੋਟੇ ਬਾਦਲ, ਬਾਦਲ ਪਰਿਵਾਰ ਦੀ ਹੀ ਬਾਰ-ਬਾਰ ਜਿਹੜੀ ਹੈ ਗੱਲਬਾਤ ਇੱਥੇ ਕੀਤੀ ਜਾਂਦੀ ਹੈ, ਜਦਕਿ ਬਾਦਲ ਪਰਿਵਾਰ ਤੋਂ ਬਾਹਰ ਨਿਕਲਣ ਦੀ ਗੱਲ ਨਹੀਂ ਕੀਤੀ ਜਾਂਦੀ। ਜੇ ਕੋਈ ਵੀ ਕਸੂਰਵਾਰ ਹੋਵੇ, ਚਾਹੇ ਉਹ ਵੱਡੇ ਬਾਦਲ ਹੋਣ ਜਾਂ ਛੋਟੇ ਬਾਦਲ ਹੋਣ ਜਾਂ ਕੋਈ ਵੀ ਹੋਵੇ, ਉਹਨਾਂ ਨੂੰ ਜਿਹੜਾ ਹੈ ਕਸੂਰਵਾਰ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ, ਉਹ ਘੇਰੇ ਜ਼ਰੂਰ ਆਉਣਾ ਚਾਹੀਦਾ। ਪਰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਬਾਰ-ਬਾਰ ਇਹਨਾਂ ਨੂੰ ਬੁਲਾ ਕੇ ਤਫਤੀਸ਼ ਕਰਨਾ, ਗੱਲਬਾਤ ਕਰਨਾ, ਉਹੀ ਗੱਲ ਹੈਗੀ ਹੈ ਕਿ ਇੱਕ ਹੀ ਗੱਲ ਨੂੰ ਬਾਰ-ਬਾਰ ਜਿਹੜੀ ਹੈ ਉਹ ਰਿੜਕਿਆ ਜਾ ਰਿਹਾ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਦੀ ਵੀ ਜਿਹੜਾ ਹੈ ਅਕਾਲੀ ਦਲ ਦਾ ਸਟੈਂਡ ਹੈ ਆਪਣਾ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਉਹ ਕੋਈ ਡਿਪਟੀ ਸੀਐਮ ਹੈ ਜਾਂ ਫਿਰ ਉਹ ਕਦੀ ਵੀ ਗੋਲੀ ਚਲਾਉਣ ਦਾ ਜਿਹੜਾ ਹੈ ਉਹ ਆਗਿਆ ਨਹੀਂ ਦੇਣਗੇ। ਉਹਨਾਂ ਨੇ ਬੜੇ ਬਾਕੀ ਦੁਬਾਰਾ ਇੱਕ ਵਾਰੀ ਕਿਹਾ ਹੈ ਕਿ ਜਿਹੜੀ ਪਟਿਆਲਾ ਦੇ ਵਿੱਚ ਗੋਲੀ ਚੱਲੀ ਸੀਗੀ ਉਹ ਐਸਐਸਪੀ ਦੇ ਕਹਿਣ ਤੇ ਚਲਾਈ ਗਈ ਸੀਗੀ, ਤਾਂ ਕੀ ਮੰਨਿਆ ਜਾਵੇ ਕਿ ਮੌਜੂਦਾ ਮੁੱਖ ਮੰਤਰੀ ਜਿਹੜੇ ਨੇ ਉਹ ਇਹਦੇ ਲਈ ਜ਼ਿੰਮੇਵਾਰ ਨੇ। ਇਹ ਗੱਲ ਬਾਰ-ਬਾਰ ਜਿਹੜਾ ਅਕਾਲੀ ਦਲ ਆਪਣੇ ਪੱਖ ਤੋਂ ਕਹਿ ਰਹੀ ਹੈ, ਪਰ ਉਸ ਦੇ ਬਾਵਜੂਦ ਅੱਜ ਇੱਥੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਪੰਜਾਬ ਪੁਲਿਸ ਆਫੀਸਰਸ ਇੰਸਟੀਚਿਊਟ ਹੈਗਾ, ਉੱਥੇ ਇਸ ਟਾਈਮ ਸੁਖਬੀਰ ਬਾਦਲ ਜਿਹੜੇ ਪ੍ਰਧਾਨ ਨੇ ਅਕਾਲੀ ਦਲ ਦੇ, ਉਹ ਇੱਥੇ ਪੇਸ਼ੀ ਤੇ ਆਏ ਹੋਏ ਹੈ ਤੇ ਕੋਟਕਪੂਰਾ ਗੋਲੀकांड ਦੇ ਵਿੱਚ ਅੱਜ ਉਹਨਾਂ ਦੀ ਇੱਥੇ ਪੇਸ਼ੀ ਹੈਗੀ ਹੈ। ਤੇ ਇਸ ਤੋਂ ਪਹਿਲੇ ਬਹਿਬਲ ਕਲਾਂ ਜਿਹੜਾ ਸੀਗਾ ਉਹਦੇ ਵਿੱਚ ਕੇਸ ਦੇ ਵਿੱਚ ਵੀ ਉਹਨਾਂ ਦੀ ਇੱਥੇ ਪੇਸ਼ੀ ਹੋਈ ਸੀਗੀ, ਐਸੇ ਜਗ੍ਹਾ ਹੋਈ ਸੀਗੀ, ਤੇ ਅੱਜ ਕੋਟਕਪੂਰਾ ਗੋਲੀकांड ਦੇ ਵਿੱਚ ਉਹਨਾਂ ਦੀ ਇੱਥੇ ਅੱਜ ਪੇਸ਼ੀ ਹੈਗੀ ਹੈ। LK ਯਾਦਵ ਜਿਹੜੇ ਨੇ ਉਹਨਾਂ ਦੀ ਬਣਾਈ ਹੋਈ ਸਿੱਟ ਹੈ, ਜਿਹੜੀ LK ਯਾਦਵ ਦੇ ਹੇਠ ਅਗਵਾਈ ਦੇ ਵਿੱਚ ਜਿਹੜੀ ਬਣੀ ਹੋਈ ਸਿੱਟ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਬਣੀ ਹੋਈ ਹੈ, ਉਸ ਦੀ ਉਹਨਾਂ ਦੇ ਅਗਵਾਈ ਦੇ ਵਿੱਚ ਉਸ ਸਿੱਟ ਦੇ ਅੱਗੇ ਅੱਜ ਸੁਖਬੀਰ ਬਾਦਲ ਇੱਥੇ ਪੇਸ਼ ਹੋ ਰਹੇ ਹੈ। ਤੁਹਾਨੂੰ ਦਿਖਾ ਦਈਏ ਕਿ ਕਿਸ ਤਰੀਕੇ ਦੇ ਨਾਲ ਇਸ ਟਾਈਮ ਲੀਡਰਸ ਜਿਹੜੇ ਨੇ ਆਲਰੇਡੀ ਇੱਥੇ ਖੜੇ ਨੇ, ਹੋਰ ਵੀ ਕਾਫੀ ਸਾਰੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਇੱਕ ਕਰਕੇ ਜਿਹੜੇ ਸਪੋਰਟਰਸ ਨੇ, ਜਿਹੜੇ ਲੀਡਰਸ ਨੇ, ਉਹ ਆਲਰੇਡੀ ਇੱਥੇ ਨੇ, ਆ ਰਹੇ ਨੇ ਬਾਰ-ਬਾਰ, ਤੇ ਜਿਹੜੀ ਲੋਕ ਨੇ ਇੱਥੇ ਆਏ ਹੋਏ ਨੇ, ਸਪੋਰਟ 'ਚ ਬੈਠੇ ਹੋਏ ਨੇ। ਇਸ ਤਰੀਕੇ ਦੇ ਨਾਲ ਇੱਥੇ ਇਸ ਟਾਈਮ ਦਾ ਮਾਹੌਲ ਜਿਹੜਾ ਹੈ ਉਹ ਚੱਲ ਰਿਹਾ ਹੈ। ਸਾਡੇ ਨਾਲ ਚਰਨਜੀਤ ਸਿੰਘ ਬਰਾੜ ਅਕਾਲੀ ਦਲ ਦੇ ਆਗੂ ਸਾਡੇ ਨਾਲ ਨੇ, ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜਾ ਅੱਜ ਪੇਸ਼ੀ ਤੇ ਫੇਰ ਆਏ ਹੋ, ਪਿਛਲੀ ਵਾਰ ਬਹਿਬਲ ਕਲਾਂ ਲਈ ਆਏ ਸੀ, ਅੱਜ ਕੋਟਕਪੂਰਾ ਲਈ ਆਏ ਹੋ, ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ, ਪਹਿਲਾਂ ਕਾਂਗਰਸ ਪਾਰਟੀ ਨੇ 5 ਸਾਲ ਰਾਜਨੀਤੀ ਕੀਤੀ ਤੇ ਹੁਣ ਆਮ ਆਦਮੀ ਪਾਰਟੀ ਨੇ ਉਹੀ ਰਸਤਾ ਫੜ ਲਿਆ, ਕਿਉਂਕਿ ਜਿਸ ਕਿਸਮ ਦਾ ਇਹ ਜਦੋਂ ਕੁੰਵਰ ਵਿਜੇ ਪ੍ਰਤਾਪ ਇਸ ਕੇਸ ਦੇ ਸਿੱਟ ਦੇ ਚੇਅਰਮੈਨ ਸੀ
ਤਾਂ ਜਦੋਂ ਉਹਨਾਂ ਨੇ ਰਾਜਨੀਤੀ ਕੀਤੀ ਤੇ ਮਾਨਯੋਗ ਹਾਈ ਕੋਰਟ ਨੇ ਉਸ ਜਾਂਚ ਦੀਆਂ ਧੱਜੀਆਂ ਉਡਾਈਆਂ। ਕਿਵੇਂ ਕਿਸ ਕਿਸਮ ਦੇ ਸਖਤ ਸਟਰਕਚਰ ਪਾਸ ਜਿਹੜੇ ਹੈ ਉਹ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਪਾਸ ਕੀਤੇ, ਜਿਹਦੇ ਕਰਕੇ ਉਹਨਾਂ ਨੂੰ ਨੌਕਰੀ ਛੱਡ ਕੇ ਭੱਜਣਾ ਪਿਆ। ਔਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨਾ ਹੁੰਦੇ, ਉਹਨਾਂ ਨਾਲ ਮਿਲੀ ਭੁਗਤ ਨਾ ਹੁੰਦੀ ਤੇ ਸ਼ਾਇਦ ਉਹਨਾਂ ਨੂੰ ਨੌਕਰੀ ਤੋਂ ਹੱਥ ਧੋਣਾ ਪੈਂਦਾ ਤੇ ਰਿਟਾਇਰਮੈਂਟ ਵੀ ਨਹੀਂ ਸੀ ਮਿਲਦੀ। ਇਸ ਕਰਕੇ ਜਿਹੜੀ ਰਾਜਨੀਤੀ ਉਸ ਵੇਲੇ ਹੋ ਰਹੀ ਸੀ ਉਹੀ ਅੱਜ ਹੋ ਰਹੀ ਹੈ। ਹਾਲਾਂਕਿ ਉੱਥੇ ਜਿਹੜੇ ਡਿਊਟੀ ਮੈਜਿਸਟਰੇਟ ਸੀ ਮੌਕੇ ਦੇ SDM, ਉਹਨਾਂ ਨੇ ਮਾਨਯੋਗ ਅਦਾਲਤ ਦੇ ਵਿੱਚ ਵੀ ਬਿਆਨ ਦਿੱਤਾ ਕਿ ਪਹਿਲਾਂ ਮੈਂ ਅਥਰੂ ਗੈਸ ਦਾ ਆਰਡਰ ਦਿੱਤਾ, ਫਿਰ ਮੈਂ ਲਾਠੀ ਚਾਰਜ ਦਾ ਆਰਡਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਗੋਲੀ ਚਲਾਉਣ ਦਾ ਆਰਡਰ ਦਿੱਤਾ ਸੀ। ਜਦੋਂ ਅਦਾਲਤ ਦੇ ਵਿੱਚ ਬਿਆਨ ਅਜਿਹੇ ਹੋ ਜਾਣ ਤੇ ਫਿਰ ਸਿੱਟ ਦੇ ਚੇਅਰਮੈਨ ਲਾ ਕੇ ਤੇ ਖਬਰਾਂ ਬਣਾਉਣ ਲਈ, ਬਦਨਾਮੀ ਕਰਨ ਦੇ ਲਈ, ਇੱਕ ਮਾਹੌਲ ਤਿਆਰ ਕਰਨ ਲਈ, ਇੱਕ ਇਸ ਕਿਸਮ ਦਾ ਮਾਹੌਲ ਬਣਾਉਣਾ ਕਿ ਹੋਮ ਮਿਨਿਸਟਰ ਨੇ ਆਰਡਰ ਦਿੱਤੇ। ਮੈਂ ਤੁਹਾਡੇ ਰਾਹੀਂ ਸਰਕਾਰ 'ਚ ਬੈਠੇ ਨੁਮਾਇੰਦਿਆਂ ਨੂੰ ਜਾਂ ਜਿਨ੍ਹਾਂ ਨੇ ਫੈਸਲਾ ਕਰਵਾਇਆ ਕਿ ਨੋਟਿਸ ਦਿਓ, ਉਹਨਾਂ ਨੂੰ ਪੁੱਛਣਾ ਚਾਹੁੰਦਾ ਫਿਰ 29 ਅਪ੍ਰੈਲ ਨੂੰ ਹਿੰਦੂ ਤੇ ਸਿੱਖਾਂ ਦੇ ਵਿੱਚ ਟਕਰਾਅ ਹੋਇਆ ਪਟਿਆਲੇ ਦੇ ਵਿੱਚ, ਪੁਲਿਸ ਦੇ ਹੱਥੋਂ ਗੋਲੀ ਚੱਲੀ, ਇੱਕ ਬੰਦਾ ਫੱਟੜ ਵੀ ਹੋਇਆ, ਕੀ ਉਹਦਾ ਹੋਮ ਮਿਨਿਸਟਰ ਤੇ ਪਰਚਾ ਦਰਜ ਹੋਇਆ? ਬਿਆਸ ਡੇਰੇ ਦਾ ਤੇ ਉੱਥੇ ਸਿੱਖਾਂ ਦਾ ਹੋਇਆ, ਉੱਥੇ ਵੀ ਗੋਲੀ ਚਲਾਉਣੀ ਪਈ ਪੁਲਿਸ ਨੂੰ ਮੌਕੇ ਦੇ ਹਿਸਾਬ ਨਾਲ, ਜੋ ਦੇਖ ਰਹੇ ਆ ਤੁਹਾਡੇ ਕੈਮਰਿਆਂ ਨਹੀਂ, ਫਿਰ ਉੱਥੇ ਕੋਈ ਹੋਮ ਮਿਨਿਸਟਰ ਨੇ ਆਰਡਰ ਦਿੱਤਾ ਸੀ? ਇਸੇ ਤਰ੍ਹਾਂ ਜੇ ਪਿਛਲੀ ਸਰਕਾਰ ਦੀ ਗੱਲ ਕਰ ਲਈਏ, ਕੈਪਟਨ ਅਮਰਿੰਦਰ ਸਿੰਘ ਵੀ ਇਹੀ ਰਾਜਨੀਤੀ ਕਰਦੇ ਸੀਗੇ। ਮਾਨਾ ਵਾਲਾ ਪਿੰਡ ਸੀ ਤਰਨਤਾਰਨ ਜ਼ਿਲ੍ਹੇ 'ਚ ਤੇ ਬਰਨਾਲੇ ਟ੍ਰਾਈਡੈਂਟ ਗਰੁੱਪ ਦੇ ਧਰਨਾ ਲੱਗਿਆ ਸੀ ਕਿਸਾਨਾਂ ਦਾ, ਉੱਥੇ ਵੀ ਕਿਸਾਨ ਸ਼ਹੀਦ ਹੋਏ ਸੀ, ਫਿਰ ਉਹਦੇ ਤੇ ਵੀ ਪਰਚਾ ਦਰਜ ਹੋਇਆ ਕੋਈ ਹੋਮ ਮਿਨਿਸਟਰ ਤੇ? ਨਹੀਂ, ਕਿਉਂਕਿ ਕਾਨੂੰਨ ਇਹ ਕਹਿੰਦਾ ਹੈ ਕਿ ਡਿਊਟੀ ਮੈਜਿਸਟਰੇਟ ਦਾ ਕੰਮ ਹੁੰਦਾ ਹੈ, ਲਾਠੀ ਚਾਰਜ ਦਾ ਆਰਡਰ ਹੈ ਭਾਵੇਂ ਗੋਲੀ ਦਾ ਆਰਡਰ ਹੈ। ਇਹਦੇ ਤੇ ਟੋਟਲ ਰਾਜਨੀਤੀ ਹੋ ਰਹੀ ਹੈ। ਔਰ ਮਾਨਯੋਗ ਜੱਜ ਸਾਹਿਬ ਨੇ ਹਾਸੋਹੀਣੀਆਂ ਗੱਲਾਂ ਕਰਾਰ ਦਿੱਤਾ ਸੀਗਾ ਕੁੰਵਰ ਵਿਜੇ ਪ੍ਰਤਾਪ ਦੀਆਂ ਨੂੰ ਕਿ ਜੇ ਸਟੇਟ ਦੇ ਵਿੱਚ ਗੋਲੀ ਚਲਾਉਣਾ, ਲਾਠੀ ਚਾਰਜ ਹੋਣਾ ਜਾਂ ਕਿਸੇ ਬੰਦੇ ਦਾ ਸਟੇਟ ਦੇ ਵਿੱਚ ਮਰ ਜਾਣਾ, ਉਸ ਦਾ ਜ਼ਿੰਮੇਵਾਰ ਮੁੱਖ ਮੰਤਰੀ ਜਾਂ ਹੋਮ ਮਿਨਿਸਟਰ ਨੂੰ ਠਹਿਰਾਇਆ ਜਾ ਸਕਦਾ ਤੇ ਦੇਸ਼ ਦਾ ਕੋਈ ਹੋਮ ਮਿਨਿਸਟਰ ਨਹੀਂ ਬਚੇਗਾ, ਕੋਈ ਮੁੱਖ ਮੰਤਰੀ ਨਹੀਂ ਬਚੇਗਾ, ਫਿਰ ਸਾਰੇ ਅੰਦਰ ਹੋਣਗੇ। ਇਸ ਕਰਕੇ ਇਹ ਗਲਤ ਰਾਜਨੀਤੀ ਨਹੀਂ ਕਰਨੀ ਚਾਹੀਦੀ। ਸਾਡੇ ਵੇਲੇ 12-13 ਮਹੀਨੇ ਦਾ ਸਮਾਂ ਸੀ, ਜੇ ਸਾਥੋਂ ਕੋਈ ਜਾਂਚ ਦੇ ਵਿੱਚ ਕਮੀ ਪੇਸ਼ੀ ਰਹੀ ਜਾਂ ਸਿਰੇ ਨਹੀਂ ਲੱਗੀ ਤੇ 5 ਸਾਲ ਪਿਛਲੀ ਸਰਕਾਰ ਨੇ ਵੀ ਨਹੀਂ ਲਾਈ, ਇਸ ਵਾਰੀ ਨੂੰ ਵੀ 6 ਮਹੀਨੇ ਹੋ ਗਏ ਆ। ਇਹ ਰਾਜਨੀਤੀ ਹੋਣ ਨਾਲ ਅੱਜ ਹੋ ਕੀ ਰਿਹਾ? ਅੱਜ ਉੱਥੇ ਪੁਲਿਸ ਦੀ ਗੋਲੀ ਨਾਲ 1-2 ਬੰਦੇ ਫੱਟੜ ਹੋਏ, 40-42 ਬੰਦੇ ਪੁਲਿਸ ਦੇ ਵੀ ਫੱਟੜ ਹੋਏ ਔਰ ਕਿਰਪਾਨਾਂ ਚੱਲੀਆਂ, ਗੋਲੀਆਂ ਚੱਲੀਆਂ, ਸਭ ਕੁਝ ਕੈਮਰਿਆਂ ਦੇ ਵਿੱਚ ਕਲਮਬੱਧ ਹੈਗਾ, ਕੋਈ ਨਾ ਦੋਸ਼ੀ ਬਚ ਸਕਦਾ ਤੇ ਨਾ ਕੋਈ ਉਹ ਹੋਏਗਾ। ਇਸ ਕਰਕੇ ਅੱਜ ਵੀ ਬੇਨਤੀ ਹੈ ਕਿ ਆਮ ਆਦਮੀ ਪਾਰਟੀ ਇਹਦੇ ਤੇ ਰਾਜਨੀਤੀ ਨਾ ਕਰਕੇ ਇਨਸਾਫ ਦੇਵੇ, ਜੋ ਦੋਸ਼ੀ ਉਹਨਾਂ ਨੂੰ ਫੜਨ। ਤੁਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਗੱਲ ਕੀਤੀ ਹੈ, ਉਹਨਾਂ ਨੇ ਤੁਹਾਨੂੰ ਪਤਾ ਹੀ ਆਪਾਂ ਸਾਰਿਆਂ ਨੇ ਦੇਖਿਆ ਸੀ, ਉੱਥੇ ਵੀ ਮੌਜੂਦ ਸੀਗੇ। ਵਿਧਾਨ ਸਭਾ ਦੇ ਵਿੱਚ ਐਤਕੀ ਫੇਰ ਇਸ ਚੀਜ਼ ਨੂੰ ਰੇਜ਼ ਕੀਤਾ ਸੀ ਤਾਂ ਕਿਹਾ ਸੀਗਾ ਕਿ ਅੱਧੇ ਘੰਟੇ ਦਾ ਟਾਈਮ ਵਾਸਤੇ ਦੇ ਕੇ ਬਹਿਸ ਕਰਵਾਈ ਜਾਏ। ਸਪੈਸ਼ਲ ਸਪੀਕਰ ਦੀ ਚੇਅਰ ਨੂੰ ਉਹਨਾਂ ਨੇ ਐਡਰੈਸ ਕਰਕੇ ਟਾਈਮ ਮੰਗਿਆ ਸੀਗਾ। ਉਹ ਗੱਲ ਵੱਖਰੀ ਹੈ ਵੀ ਟਾਈਮ ਉਸ 'ਤੇ ਨਹੀਂ ਆਇਆ ਹੈ ਜਿਸ ਤਰੀਕੇ ਨਾਲ ਵੀ, ਪਰ ਉਹ ਕਹਿ ਰਹੇ ਹੈ ਵੀ ਇਹ ਮੁੱਦਾ ਬਹੁਤ ਹੀ ਜ਼ਿਆਦਾ ਅਹਿਮ ਹੈਗਾ ਕਿਉਂਕਿ ਉਸ ਪਰਟੀਕੂਲਰ ਜਿਹੜੀ ਜਾਂਚ ਸੀਗੀ, ਪੜਤਾਲ ਸੀ, ਉਹਨਾਂ ਨੂੰ ਕਹਿੰਦੇ ਕਿ ਮੈਨੂੰ ਇੱਕ ਨੁਕਤਾ ਨਵੀਜ਼ ਇਹਦਾ ਪਤਾ ਹੈ। ਮੈਂ ਥੋੜਾ ਜਿਹਾ ਤੁਹਾਨੂੰ ਵੀ ਕਰੈਕਟ ਕਰਦੇ ਹਾਂ ਔਰ ਪੰਜਾਬ ਦੇ ਲੋਕਾਂ ਨੂੰ ਵੀ, ਸੁਣਨ ਵਾਲਿਆਂ ਨੂੰ ਤੁਹਾਡੇ ਰਾਹੀਂ ਕਰੈਕਟ ਕਰਾਂ। ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬੇਅਦਬੀ ਤੇ ਬਹਿਸ ਮੰਗੀ ਸੀ, ਬੇਅਦਬੀ। ਔਰ ਬੇਅਦਬੀ ਦੀ ਕਲਾ ਵੇਖੋ ਕਿਸ ਤਰ੍ਹਾਂ ਵਾਪਰੀ। ਕਾਂਗਰਸ ਪਾਰਟੀ ਸਾਨੂੰ ਭੰਡਦੀ ਰਹੀ, ਉਹਨਾਂ ਨੇ ਸਿੱਟ ਬਣਾਈ। ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਉਹ ਸਿੱਟ ਦੀ ਰਿਪੋਰਟ ਤਿਆਰ ਹੋਈ ਔਰ ਮਾਨਯੋਗ ਅਦਾਲਤ ਦੇ ਵਿੱਚ ਗਈ, ਮੌਜੂਦਾ ਮੁੱਖ ਮੰਤਰੀ ਸਾਹਿਬ ਨੇ ਜਾਰੀ ਕੀਤੀ। ਉਹਦੀ ਤਾਂ ਜਦੋਂ ਰਿਪੋਰਟ ਸਾਰੀ ਕੋਰਟ ਦੇ ਵਿੱਚ ਚਲੀ ਗਈ ਤੇ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਲੀਡਰ ਦਾ ਤਾਂ ਨਾਂ ਤੱਕ ਹੀ ਨਹੀਂ ਗਿਆ, ਉਹਦੀ ਤਾਂ ਸਾਨੂੰ ਕਲੀਨ ਚਿੱਟ ਹੀ ਹੈ। ਤੇ ਫਿਰ ਗੋਲੀ ਵਾਲੀ ਗੱਲਾਂ ਦੇ ਵਿੱਚ ਐਵੇਂ ਰਾਜਨੀਤੀ ਕਰਨਾ। ਉਹਨਾਂ ਨੇ ਜਿਹੜੀ ਗੱਲ ਕਹੀ ਹੈ ਸ਼ਾਇਦ ਤੁਸੀਂ ਭੁੱਲ ਰਹੇ ਹੋ, ਮੈਂ ਤੁਹਾਨੂੰ ਯਾਦ ਕਰਾ ਦਿਆਂ। ਉਹਨਾਂ ਨੇ ਕਿਹਾ ਕਿ ਕਿਸੇ ਮੌਜੂਦਾ ਅਫਸਰ ਦੇ ਲੱਤਾਂ 'ਚ ਭਾਰ ਨਹੀਂ ਚੱਲਦੀਆਂ ਇਹਨਾਂ ਨੂੰ ਅਰੈਸਟ ਕਰਨ ਲਈ। ਮੇਰਾ ਤੁਹਾਡੇ ਰਾਹੀਂ ਸਵਾਲ ਆ ਔਰ ਤੁਸੀਂ ਵੀ ਜ਼ਰੂਰਤ ਕਰਿਓ, ਜੇ ਕਿਤੇ ਟੱਕਰੇ ਉਹਨਾਂ ਨੂੰ ਪੁੱਛਿਓ ਜ਼ਰੂਰ ਵੀ 3.5 ਸਾਲ 3.25 ਸਾਲ ਤੁਸੀਂ ਚੇਅਰਮੈਨ ਰਹੇ ਹੋ ਉਸ ਸਿੱਟ ਦੇ ਤੇ ਤੁਹਾਡੀਆਂ ਲੱਤਾਂ ਭਾਰ ਨਹੀਂ ਸੀ ਚੱਲਦੀਆਂ? ਜੇ ਕੋਈ ਸਬੂਤ ਸੀਗਾ ਫਿਰ ਤੁਸੀਂ ਕਿਉਂ ਨਹੀਂ ਅਰੈਸਟ ਕੀਤਾ ਸੀ? ਜੇ 3.5 ਸਾਲ ਤੁਸੀਂ ਅਰੈਸਟ ਨਹੀਂ ਕੀਤਾ ਤੇ ਅੱਜ ਦਿਆਂ ਨੂੰ ਤੁਸੀਂ ਕਿਸ ਕਿਸਮ ਨਾਲ ਐਵੇਂ ਝੂਠ ਬੋਲ ਰਹੇ ਹੋ ਜਾਂ ਅਫਸਰਾਂ ਨੂੰ, ਸਾਡੇ ਨੂੰ ਕਾਬਲ ਜਿਹੜੇ ਉਹਨਾਂ ਨੂੰ ਤੁਸੀਂ ਇੱਕ ਕਿਸਮ ਦਾ ਡਿਮੋਰਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਉਹੀ ਕਾਬਲ ਅਫਸਰ ਨੇ ਜਿਨ੍ਹਾਂ ਨੇ ਵੱਡੇ ਅੱਤਵਾਦ ਤੋਂ ਲਾ ਕੇ ਵੱਡੇ ਮਸਲੇ ਜਿਹੜੇ ਆ ਉਹ ਹੱਲ ਕੀਤੇ ਆ। ਔਰ ਇਹ ਇਹਨਾਂ ਕਾਬਲ ਅਫਸਰਾਂ ਦੇ ਕਰਕੇ ਹੀ ਜੇ ਕਿਤੇ ਮੌਜੂਦਾ ਹੋਮ ਮਿਨਿਸਟਰ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਕਰਨ ਦਾ ਨਾ ਆਰਡਰ ਦਿੰਦਾ ਤੇ ਇਹ ਸਾਡੇ ਜਿਹੜੇ ਸਿਪਾਹੀ ਸੀ, ਨੌਜਵਾਨ ਸੀ, ਇਹਨਾਂ ਕਰਕੇ ਹੀ ਉਹ ਬਚਿਆ ਰਿਹਾ। ਇਹ ਖੁਦ ਪਰਿਵਾਰ ਉਹ ਇਸ ਗੱਲ ਦਾ ਸਹਿਤੀ ਭਰਦਾ। ਇਸ ਕਰਕੇ ਮੈਂ ਫੇਰ ਦੁਹਰਾਉਂਗਾ ਕਿ ਰਾਜਨੀਤੀ ਵਾਲੇ ਮੁੱਦੇ ਨਹੀਂ ਹੈ, ਕਿਰਪਾ ਕਰਕੇ ਇਸ ਮੁੱਦੇ ਤੇ ਰਾਜਨੀਤੀ ਨਾ ਹੋ।
हट के थोड़ा सवाल कर लेने हैं। कल गल हुई है खास करके कहते आम आदमी पार्टी की इस टाइम सरकार कह रही है कि बीजेपी जिहड़ा हैगा वो साडे विधायकों नूं जिहड़ा है वो खरीदण की कोशिश कर रही है, इदां दीयां गल्लां उभर के आ रही हैं। तुहानूं की लगदा है? ਮੈਨੂੰ ਇਹ ਲੱਗਦਾ ਵੀ ਜਾਂ ਤਾਂ ਮੀਡੀਆ ਵਾਲੇ ਤੁਸੀਂ ਉਹਨਾਂ ਨੂੰ ਸਵਾਲ ਨਹੀਂ ਪੁੱਛਦੇ। ਉਹਨਾਂ ਨੇ ਖੁਦ ਆਪਦੇ ਮੂੰਹੋਂ ਦੱਸਿਆ ਕਿ 10 ਐਮਐਲਏ ਸਾਡੇ ਖਰੀਦ ਰਹੇ ਆ, ਇਹੀ ਕਹਿ ਰਹੇ ਆ ਤੇ 10 ਐਮਐਲਏ ਨਾਲ ਤਾਂ ਫੇਰ ਵੀ ਸਰਕਾਰ ਨਹੀਂ ਟਿਕਦੀ। ਐਡਾ ਕਿਹੜਾ ਸਿਰ ਫਿਰਿਆ ਹੋਊਗਾ ਕਿ 25 ਕਰੋੜ ਰੁਪਈਆ ਇੱਕ ਐਮਐਲਏ ਤੇ ਲਾ ਕੇ 250 ਕਰੋੜ ਰੁਪਈਆ ਖਰਚ ਕੇ ਤੇ 10 ਐਮਐਲਏ ਇੱਕ ਖੂੰਜੇ 'ਚ ਬਿਠਾਉਣ ਲਈ ਖਰੀਦੂਗਾ? ਪਹਿਲਾਂ ਕੋਈ ਹੋ ਸਕਦਾ? ਜੇ ਉਹ ਖਰੀਦੇ ਜਾਣਗੇ ਉਹਨਾਂ ਨੂੰ ਇਲੈਕਸ਼ਨ ਦੁਆਰੇ ਲੜਨੀ ਪਊਗੀ। ਜੇ ਤਾਂ 10 ਐਮਐਲਏ ਦਾ ਮਾਰਜਨ ਹੋਵੇ ਤੇ ਫਿਰ ਤਾਂ ਕਿਤੇ ਨਾ ਕਿਤੇ ਬੰਦਾ ਸੋਚਦਾ ਵੀ ਹੈ ਵੀ ਕੋਈ ਐਸੀ ਗੱਲ ਹੋ ਸਕਦੀ ਹੈ। ਇੱਥੇ ਹੁਣ ਦੋਨੋਂ ਪਾਰਟੀਆਂ ਕਟਹਿਰੇ 'ਚ ਨੇ, ਬੀਜੇਪੀ ਕਟਹਿਰੇ 'ਚ ਹੈ। ਅਗਰ ਬੀਜੇਪੀ ਸੱਚੀ ਹੈ ਤੇ ਇਹਨਾਂ ਤੇ ਕੇਸ ਦਰਜ ਕਰੇ, ਮਾਨਯੋਗ ਅਦਾਲਤ 'ਚ ਕਰੇ ਮਾਨਹਾਨੀ ਦਾ, ਜਾਂ ਕੋਈ ਪਰਚਾ ਦਰਜ ਕਰਾਵੇ ਵੀ ਭਾਈ ਇਹ ਸਾਡੇ ਤੇ ਗਲਤ ਐਲੀਗੇਸ਼ਨ ਲਾਉਂਦੇ ਆ। ਅਗਰ ਇਹ ਆਫਰ ਦਿੱਤੀ ਹੈ ਤੇ ਉਹਨਾਂ 10 ਐਮਐਲਏ ਦੀ ਮੀਡੀਆ ਦੇ ਸਾਹਮਣੇ ਪਰੇਡ ਕਰਾਉਣ ਤੇ ਜਾ ਕੇ ਥਾਣੇ ਦੇ ਵਿੱਚ ਅਰਜੀ ਦੇਣ ਵੀ ਫਲਾਂ ਬੰਦੇ ਨੇ ਫਲਾਂ ਨੰਬਰ ਤੋਂ ਸਾਨੂੰ ਆਫਰ ਕੀਤੀ ਹੈ ਤੇ ਉਹਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ। ਦੋ ਗੱਲਾਂ ਹੋ ਗਈਆਂ। ਤੇ ਜਾਂ ਫਿਰ ਤੀਜੀ ਆਪਦੀ ਨੀਤੀ ਤੇ ਚੱਲ ਪੈਣ। ਕੇਜਰੀਵਾਲ ਕੀ ਕਹਿੰਦਾ ਸੀ, ਭਗਵੰਤ ਮਾਨ ਸਾਹਿਬ ਸਟੇਜਾਂ ਤੇ ਕੀ ਕਹਿੰਦਾ ਸੀ, ਵੋਟਰਾਂ ਨੂੰ ਕਹਿੰਦਾ ਪੈਸੇ ਲੈ ਲਿਓ, ਕਹਿੰਦਾ ਇਹਨਾਂ ਤੋਂ ਲੋਕਾਂ ਤੋਂ ਜਿਹੜਾ ਵੀ ਵੋਟਾਂ ਵਾਲਾ ਦੇਵੇ ਤੇ ਵੋਟ ਸਾਨੂੰ ਪਾ ਦਿਓ। ਤੇ ਫਿਰ ਭਾਈ ਤੁਸੀਂ ਲੈ ਲਓ, ਨਾਲੇ ਤੁਹਾਡੇ ਤੁਹਾਨੂੰ ਸ਼ਰਾਬ ਦਾ ਘਟਾਲਾ ਨਾ ਕਰਨਾ ਪੈਂਦਾ। ਜੇ 250 ਕਰੋੜ ਰੁਪਏ ਤਾਂ ਵਾਹਵਾ ਹੁੰਦਾ ਹੈ, ਇਹ ਗੁਜਰਾਤ 'ਚ ਖਰਚ ਲੈਂਦੇ, ਹਿਮਾਚਲ 'ਚ ਖਰਚ ਲੈਂਦੇ ਜੇ ਮਿਲਦੇ ਸੀ। ਜਦੋਂ ਵੋਟ ਪਾਉਣੀ ਪੈਂਦੀ ਐਮਐਲਏ ਨੂੰ ਤੁਸੀਂ ਪਵਾ ਲੈਂਦੇ। ਇਸ ਕਰਕੇ ਹਾਸੋਹੀਣੀਆਂ ਗੱਲਾਂ ਨੇ। ਔਰ ਮੀਡੀਆ ਦਾ ਧਿਆਨ ਖਿੱਚਣ ਲਈ ਤੁਸੀਂ ਅੰਦਾਜ਼ਾ ਲਾਓ, एक खबर प्रैस कॉन्फ्रेंस इत्थे कीती है, विच नहीं गुजरात 'च हिमाचल 'च है कि देखो जी बीजेपी धक्का कर रही है। मैं बीजेपी नूं तुहाडे राਹੀਂ जरूर कहूँगा कि जरूर उन्होंने आपकी कार्रवाई करनी चाहिए, तो नहीं तो वाकई वो भी कितने किते अक्यूज़ड साबित होंगे। बहुत बहुत धन्यवाद जी। ਇਹ ਸਾਡੇ ਨਾਲ ਹੈਗੇ ਨੇ ਚਰਨਜੀਤ ਸਿੰਘ ਬਰਾੜ, ਜਿਨ੍ਹਾਂ ਨੇ ਕਿ ਗੱਲਬਾਤ ਕੀਤੀ ਹੈ ਹੁਣ ਸਾਡੇ ਨਾਲ ਇਸ ਬਾਰੇ ਦੇ ਵਿੱਚ। ਔਰ ਉਹਨਾਂ ਨੇ ਖਾਸ ਕਰਕੇ ਜਿਹੜੀ ਇਹ ਗੱਲ, ਜੇ ਅਸੀਂ ਗੱਲ ਕਰੀਏ ਤਾਂ ਗੋਲੀकांड ਨੂੰ ਲੈ ਕੇ ਬੜੇ ਸਪਸ਼ਟ ਤੌਰ ਦੇ ਨਾਲ ਗੱਲ ਕੀਤੀ ਹੈ ਕਿ ਆਲਰੇਡੀ ਇਸ ਤੇ कोर्ट जिहड़ा है वो अपना टेक दे चुकिया है। कोर्ट दियां बहुत साफ साफ हिदायतां आईयां ने कि जे इस तरीके दे नाल हर गोली चलाने के बाद या इस तरीके दे कोई एक्शन पुलिस वालों किया जाने के बाद जे किते किसी भी तरीके दे नाल सीएम या फिर डिप्टी सीएम नूं हर वारी इस तरीके दे नाल जिम्मेवार ठहराया जाए तो उस ते नाल जिहड़ा है वो तो फिर देश भर के जिहड़े मुख मंत्री ने या फिर जिहड़े डिप्टी सीएम्स ने वो कटहरे 'च खड़े हो जाणगे। पर उसदे नाल ही उन्होंने यह भी कहा कि बार बार सिर्फ ध्यान भटकाउण ते मीडिया का ध्यान या खबरां बनाउण वाली ही सुर्खियां ने। पर उसदे बावजूद भी SIT ने जिहड़ा अज हैगा तलब किया हैगा प्रधान सुखबीर सिंह बादल नूं इत्थे पेश होए ने। वो अज SIT दे सामने LK यादव ਦੀ ਅਗਵਾਈ ਦੇ ਵਿੱਚ ਜਿਹੜੀ ਸਿੱਟ ਬਣੀ ਹੈ ਉਹਦੇ ਸਾਹਮਣੇ ਅੱਜ ਉਹ ਪੇਸ਼ ਹੋਏ ਨੇ। ਕੋਟਕਪੂਰਾ ਗੋਲੀकांड ਦੀ ਜੇ ਆਪਾਂ ਗੱਲ ਕਰੀਏ ਤਾਂ ਕੋਟਕਪੂਰਾ ਗੋਲੀकांड ਦੇ ਵਿੱਚ ਅੱਜ ਉਹਨਾਂ ਨੂੰ ਤਲਬ ਕੀਤਾ ਗਿਆ ਜਿਹੜੇ ਪ੍ਰਧਾਨ ਨੇ ਅਕਾਲੀ ਦਲ ਦੇ ਸੁਖਬੀਰ ਬਾਦਲ। ਔਰ ਤੁਹਾਨੂੰ ਯਾਦ ਦਿਵਾ ਦਈਏ ਕਿ ਉਸ ਦਿਨ ਜਦੋਂ ਇਹ ਇਨਸੀਡੈਂਟ ਹੋਇਆ ਸੀਗਾ, ਜਦੋਂ ਇਹ ਪੂਰਾ ਹਾਦਸਾ ਹੋਇਆ ਸੀ, ਉਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਤੇ ਡਿਪਟੀ ਚੀਫ ਮਿਨਿਸਟਰ ਸੀਗੇ ਸੁਖਬੀਰ ਸਿੰਘ ਬਾਦਲ। पर इन्हां दा पहले भी सुखबीर सिंह बादल अपनी जगह ते टेक लेंदे रहे हैं कि मेरे साडे वालों या मुख्यमंत्री या फिर जिहड़े अपने ने डिप्टी मुख्यमंत्री उन्हां दे वालों इस तरीके का कोई भी हुक्म जिहड़ा है पुलिस नूं नहीं दिता गया। उन्होंने कहा कि बार बार यह गलबात आ रही है कि SDM उन्हां दी हिदायतां ते ही इस तरीके का पुलिस ने एक्शन किया है, क्योंकि ड्यूटी मैजिस्ट्रेट की ਜਿਹੜੀ ਹੈ ਹੁੰਦੀ ਹੈ ਡਿਸਕ੍ਰਿਸ਼ਨ ਹੁੰਦੀ ਹੈ, ਉਹਨਾਂ ਦਾ ਹੀ ਕੰਮ ਹੁੰਦਾ ਹੈ ਕਿ ਉਹ ਕੋਈ ਵੀ ਜਿਹੜਾ ਡਿਸੀਜਨ ਮੌਕੇ ਤੇ ਜਿਹੜਾ ਉਹ ਲੈ ਸਕਦੇ ਨੇ। ਪਰ ਇਸ ਸਭ ਦੇ ਬਾਵਜੂਦ ਵੀ ਅੱਜ ਇਹ ਜਿਹੜਾ ਮਾਮਲਾ ਹੈਗਾ ਇਸ ਟਾਈਮ SIT ਦੇ ਸਾਹਮਣੇ ਹੈਗਾ। ਇਸ ਟਾਈਮ ਸਵਾਲ ਜਵਾਬ ਜਿਹੜੇ ਨੇ ਉਹ ਹੋ ਰਹੇ ਨੇ, ਪੇਸ਼ ਹੋਏ ਨੇ ਸੁਖਬੀਰ ਬਾਦਲ SIT ਦੇ ਸਾਹਮਣੇ। ਕਿਸ ਤਰੀਕੇ ਦੇ ਨਾਲ ਅੱਗੇ ਸਾਰਾ ਦਾ ਸਾਰਾ ਜਿਹੜਾ ਕੇਸ ਹੈਗਾ ਮੋੜ ਲਏਗਾ, ਤਫਤੀਸ਼ ਕਿੱਧਰ ਨੂੰ ਜਾਏਗੀ, ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉਹ ਵੀ ਬਾਰ-ਬਾਰ ਜਿਹੜੇ ਨੇ ਇਹਨਾਂ ਸਾਰੀਆਂ ਮਾਮਲਿਆਂ ਦੇ ਵਿੱਚ ਕਾਫੀ ਅੱਗੇ ਹੋ ਕੇ ਬੋਲਦੇ ਰਹੇ ਨੇ। ਬੇਅਦਬੀ ਦੀ ਗੱਲ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਕੀਤੀ ਕਿ ਉਸ ਤੇ ਬਹਿਸ ਕਰਵਾਈ ਜਾਏ ਬੇਅਦਬੀ ਮਾਮਲੇ ਦੇ ਵਿੱਚ। ਜੇ ਅੱਗੇ ਗੱਲ ਕਰੀਏ ਤਾਂ ਇਹਨਾਂ ਜਿਹੜਾ ਗੋਲੀकांड ਦੇ ਹਾਦਸੇ ਬਾਈਬਲ ਕਲਾਂ ਦੀ ਗੱਲ ਕਰ ਲਈਏ ਜਾਂ ਫਿਰ ਕੋਟਕਪੂਰਾ ਦੀ ਗੱਲ ਕਰ ਲਈਏ, ਗੋਲੀकांड ਦੀ ਗੱਲ ਕਰ ਲਈਏ, ਇਹਨਾਂ ਸਾਰੇ ਮਾਮਲਿਆਂ ਤੇ ਨੂੰ ਲੈ ਕੇ ਹੀ ਅਕਾਲੀ ਦਲ ਨੂੰ ਪਿਛਲੀਆਂ ਚੋਣਾਂ ਦੇ ਵਿੱਚ ਜਿਹੜਾ ਹੈ ਉਹ ਹਾਰ ਦਾ ਮੂੰਹ ਦੇਖਣਾ ਪਿਆ ਸੀਗਾ। ਤੇ ਇਹ ਹੁਣ ਉਸ ਦੇ ਬਾਅਦ ਜਿਹੜੀ ਅਸਲੀ ਗੱਲ ਇਹ ਹੈਗੀ ਕਿ ਇਸ ਟਾਈਮ SIT ਦੇ ਸਾਹਮਣੇ ਪ੍ਰਧਾਨ ਸੁਖਬੀਰ ਬਾਦਲ
ਪੇਸ਼ ਹੋਏ ਹੋਏ ਨੇ। ਚੰਦੂਮਾਜਰਾ ਜੀ, ਪੇਸ਼ੀ ਹੈ ਜੀ ਅੱਜ ਸੁਖਬੀਰ ਜੀ ਦੀ ਪੇਸ਼ੀ ਹੈ, ਤੁਸੀਂ ਮਿਲ ਕੇ ਆਏ ਹੋ ਹੁਣੀ? ਆ ਸੁਖਬੀਰ ਜੀ ਦੀ ਪੇਸ਼ੀ ਆ, ਹਾਂ ਉਹ ਆਪਣੀ ਜਿਹੜੀ ਕੋਟਕਪੂਰੇ ਕਾਂਡ ਆਈ ਸੀ, ਗੱਲਬਾਤ ਚੱਲ ਰਹੀ ਆ। ਅੱਛਾ ਜੀ, ਤੁਸੀਂ ਅੰਦਰ ਮਿਲ ਕੇ ਆਏ ਹੋ ਹੁਣੇ? ਹਾਂ, ਮਿਲ ਕੇ ਇਕੱਠੇ ਗਏ ਸੀ, ਅਸੀਂ ਅੰਦਰ ਜਾ ਕੇ ਗੱਲ ਕੀਤੀ ਆ। ਅਜੇ ਤਾਂ ਜੋ ਰੂਟੀਨ 'ਚ ਹੁੰਦੀ ਆ ਪੁੱਛ-ਗਿੱਛ ਸਵਾਲ ਉਹ ਸ਼ੁਰੂ ਹੋਏ ਆ। ਅੱਛਾ ਜੀ, ਤੇ ਕੀ ਕਹੋਗੇ ਤੁਸੀਂ ਇਹ ਬਾਰ-ਬਾਰ ਜਿਹੜੀ ਰਾਜਸੀ ਡਰਾਮਾ ਸਿਰਫ ਰਾਜਸੀ ਰੋਟੀਆਂ ਸੇਕਣ ਲਈ ਸਰਕਾਰ ਆਰੇ ਲੱਗੀ ਆ। ਸਰਕਾਰ ਜਿਹੜੇ ਮੇਨ ਇਸ਼ੂ ਨੇ ਲੋਕਾਂ ਦੇ ਉਹਨਾਂ 'ਚ ਤਾਂ ਫੇਲ ਹੋ ਗਈ, ਜਵਾਬ ਆ ਨਹੀਂ ਰਿਹਾ। ਗਵਰਨਰ ਪੰਜਾਬ ਸਿੱਧੇ ਮੋਹਰ ਲਾ ਰਿਹਾ ਇਹਨਾਂ ਦੀ ਨਲਾਇਕੀ ਤੇ, ਇਹਨਾਂ ਦੀ ਕਮੀ ਤੇ। ਜੇ ਗਵਰਨਰ ਪੰਜਾਬ ਇਹ ਕਹੇ ਕਿਸੇ ਸਰਕਾਰ ਦੇ ਜਿਹੜੇ ਪੁਲਿਸ ਅਧਿਕਾਰੀ ਆ ਨਸ਼ੇ ਵੇਚਣ ਦੇ ਵਿੱਚ ਲੱਗੇ ਹੋਏ ਨੇ, ਜੇ ਗਵਰਨਰ ਪੰਜਾਬ ਵੱਲੋਂ ਕਿਹਾ ਜਾਵੇ ਵੀ ਦੇਸ਼ ਦੀ ਸੁਰੱਖਿਆ ਨੂੰ ਖਤਰਾ ਖੜਾ ਹੋ ਗਿਆ ਨਜਾਇਜ਼ ਮਾਈਨਿੰਗ ਕਰਕੇ, ਇਹ ਤੋਂ ਵੱਡੀ ਕਿਸੇ ਸਰਕਾਰ ਦੀ ਨਲਾਇਕੀ ਤੇ ਫੇਲਰ ਤੇ ਹੋਰ ਕੋਈ ਮੋਹਰ ਹੋ ਨਹੀਂ ਸਕਦੀ। ਹੈੱਡ ਆਫ ਦੀ ਸਟੇਟ ਨੇ, ਕਨਸਟੀਟਿਊਸ਼ਨਲ ਹੈੱਡ ਨੇ, ਜਿਨ੍ਹਾਂ ਨੇ ਇਹ ਕੱਲ ਮਤਲਬ ਮੋਹਰ ਲਾਈ ਆ ਸਰਕਾਰ ਦੀਆਂ ਇਹਨਾਂ ਮਾੜੀਆਂ ਕਾਰਗੁਜ਼ਾਰੀਆਂ ਤੇ। ਬਹੁਤ ਬਹੁਤ ਧੰਨਵਾਦ। ਚੰਦੂਮਾਜਰਾ ਜੀ ਨੂੰ ਜਿਹੜਾ ਜਲਦੀ ਸੀਗੀ, ਉਹ ਕਹਿੰਦੇ ਵੀ ਮੈਨੂੰ ਬਹੁਤ ਜ਼ਰੂਰੀ ਕੰਮ ਹੈ, ਸ਼ਾਇਦ ਉਹਨਾਂ ਨੇ ਵੀ ਆਪਣੀ ਕਿਸੇ ਤਰੀਕ ਤੇ ਜਾਣਾ ਹੈ ਸ਼ਾਇਦ, ਜਾਂ ਕੋਈ ਉਹਨਾਂ ਨੂੰ ਕੰਮ ਹੈ, ਪਰ ਉਹਨਾਂ ਨੇ ਇਹ ਗੱਲ ਬਹੁਤ ਸਾਫ਼ ਕੀਤੀ। ਕਹਿੰਦੇ ਕਿ ਆਪਣੀਆਂ ਜਿਹੜੀਆਂ ਆਪਣੇ ਲਈ ਸਰਕਾਰਾਂ ਕੋਲ ਕੰਮ ਘੱਟ ਨੇ, ਆਪ ਉਹ ਕੰਮ ਕਿਸੇ ਪਾਸੇ ਜਿਹੜੀਆਂ ਆਪਣੇ ਕੰਮ ਕਾਜ ਨੇ ਉਹਨਾਂ ਵੱਲ ਜ਼ਿਆਦਾ ਧਿਆਨ ਦੇਣ। ਇਹ ਤਾਂ ਸਿਰਫ ਕਹਿੰਦੇ ਬਾਰ-ਬਾਰ ਜਿਹੜੀਆਂ ਨੇ ਉਹ ਮੁੱਦਿਆਂ ਨੂੰ, ਪੁਰਾਣੇ ਮੁੱਦਿਆਂ ਨੂੰ ਰਿੜਕਣ ਦਾ ਹੀ ਸਿਰਫ ਗੱਲਬਾਤ ਹੈਗੀ ਹੈ, ਉਸ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ ਹੈ। ਦੇਖੋ ਇਸ ਤਰ੍ਹਾਂ ਹੈ, ਸ਼੍ਰੋਮਣੀ ਅਕਾਲੀ ਦਲ ਨੇ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਔਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਇਹ ਜਿਹੜੇ ਮੁੱਦੇ ਨੇ 2015 ਨਾਲ ਜੁੜੇ, ਉਹਦੇ ਤੇ ਹਮੇਸ਼ਾ ਹੀ ਫੁੱਲੀ ਕੋਆਪਰੇਟ ਕੀਤਾ। ਤੁਹਾਨੂੰ ਯਾਦ ਹੋਊਗਾ ਕਿ ਪਹਿਲਾਂ ਵੀ ਇੱਕ ਵਾਰੀ ਜਦੋਂ ਪ੍ਰਬੋਧ ਕੁਮਾਰ ਜੀ ਇਹਦੇ ਹੈੱਡ ਸਨ, ਉਹਨਾਂ ਵੱਲੋਂ ਵੀ ਪੁੱਛਗਿੱਛ ਕੀਤੀ ਗਈ ਸੀ। ਉਸ ਵੇਲੇ ਪ੍ਰਬੋਧ ਕੁਮਾਰ ਜੀ ਆਪ ਨਹੀਂ ਆਏ ਸੀ, ਸਿੱਟ ਦੇ ਇਕੱਲੇ ਇੱਕ ਮੈਂਬਰ 2 ਆਏ ਸੀ, ਬਾਕੀ ਨਹੀਂ ਆਏ ਸੀ। ਬਾਦਲ ਸਾਹਿਬ ਨੇ ਆਪ ਫੋਨ ਕਰਕੇ ਰਿਕੁਐਸਟ ਕੀਤਾ ਕਿ ਮੈਂ ਚਾਹੁੰਦਾ ਸਿੱਟ ਸਾਰੀ ਆਵੇ ਔਰ ਬੜੇ ਪਾਰਦਰਸ਼ੀ ਤਰੀਕੇ ਨਾਲ ਮੈਨੂੰ ਜੋ ਪੁੱਛਗਿੱਛ ਕਰਨੀ ਹੈ ਤੁਸੀਂ ਕਰੋ, ਵੀ ਵਿਲ ਫੁੱਲੀ ਕੋਆਪਰੇਟ। ਕਿਉਂਕਿ ਕੋਈ ਚੀਫ ਮਿਨਿਸਟਰ, ਜਿੰਨੀ ਗੱਲ ਮੈਨੂੰ ਕਨਸਟੀਟਿਊਸ਼ਨਲ ਸਮਝ ਹੈ, ਕੋਈ ਚੀਫ ਮਿਨਿਸਟਰ ਇਹ ਨਹੀਂ ਚਾਹੂਗਾ ਪਹਿਲੀ ਗੱਲ ਤਾਂ ਕੋਆਪਰੇਟ ਨਾ ਕਰੇ, ਦੂਜੀ ਗੱਲ ਉਹਨਾਂ ਦੇ ਸਮੇਂ ਵਿੱਚ ਕੋਈ ਇਨਸੀਡੈਂਟ ਵਾਪਰੇ। ਅੱਜ ਦੀ ਸਰਕਾਰ ਸਮੇਂ ਵੀ ਦੇਖੋ 3-4 ਹਲੇ 6 ਮਹੀਨੇ ਹੋਏ ਆ, ਸਿੱਧੂ ਮੂਸੇਵਾਲਾ ਸਾਹਿਬ ਦਾ ਦੁਖਦਾਈ ਬਰੋਡ ਡੇ ਲਾਈਟ ਮਰਡਰ ਹੋਇਆ। ਔਰ ਇਹ ਗੱਲ ਵੀ ਸਭ ਨੂੰ ਪਤਾ ਹੈ ਕਿ ਕਿਵੇਂ ਜਿਹੜੇ ਬਲਤੇਜ ਪੰਨੂ ਨੇ, ਜਿਹੜੇ ਉਹਨਾਂ ਦੇ ਹੈੱਡ ਨੇ, ਐਡਵਾਈਜ਼ਰ ਨੇ ਸਰਕਾਰ ਦੇ, ਉਹਨਾਂ ਨੇ ਟਵਿੱਟਰ ਤੇ ਸ਼ੇਅਰ ਕੀਤਾ। ਇਸੇ ਤਰ੍ਹਾਂ ਉਹਨਾਂ ਦੀ ਇੱਕ ਹੋਰ ਪ੍ਰਵਕਤਾ ਆਪ ਦੀ ਕੇਜਰੀਵਾਲ ਸਾਹਿਬ ਨੇ ਆਪ ਉਹਨੂੰ ਲਵਾਇਆ, ਆਸ਼ੀਆਨਾ ਜਾਂ ਇਹੋ ਜਿਹਾ ਕੋਈ ਨਾਂ ਹੈ, ਉਹਨਾਂ ਨੇ ਸ਼ੇਅਰ ਕੀਤਾ। ਇਸੇ ਤਰ੍ਹਾਂ ਆਪਣਾ ਕਾਲੀ ਦੇਵੀ ਮੰਦਿਰ ਦਾ ਇਨਸੀਡੈਂਟ ਹੋਇਆ, ਜਾਂ RPG ਅਟੈਕ ਹੋਇਆ ਇੰਟੈਲੀਜੈਂਸ ਹੈੱਡਕੁਆਟਰ ਤੇ ਇਹ ਸਾਰਾ ਕੁਝ ਵੀ। ਮਗਰ ਮੈਂ ਕਹਾਂ ਕਿ ਭਗਵੰਤ ਮਾਨ ਸਾਹਿਬ ਇਹਦੇ ਲਈ ਜ਼ਿੰਮੇਵਾਰ ਨੇ, ਤੇ ਉਹ ਵੀ ਕਿਤੇ ਨਾ ਕਿਤੇ ਗੱਲ ਤਾਂ, ਕਿਉਂਕਿ ਸਰਕਾਰ ਉਹਨਾਂ ਦੀ ਹੈ। ਸੇਮ ਵੇ ਜੇ ਕਿਸੇ ਸਰਕਾਰ ਵੇਲੇ ਵੀ, ਕੈਪਟਨ ਸਾਹਿਬ ਵੇਲੇ ਜਾਂ ਬਾਦਲ ਸਾਹਿਬ ਦੀ ਸਰਕਾਰ ਵੇਲੇ, ਜਾਂ ਮੈਂ ਉਹ ਤੋਂ ਪਿੱਛੇ ਚਲੇ ਜਾਵਾਂ ਸਰ ਹਰਚਰਨ ਸਿੰਘ ਬਰਾੜ ਸਾਹਿਬ ਦੀ ਸਰਕਾਰ ਵੇਲੇ ਜਾਂ ਸਾਹਿਬ ਬੇਅੰਤ ਸਿੰਘ ਦੀ ਸਰਕਾਰ ਵੇਲੇ, ਜੋ ਵੀ ਕੋਈ ਇਨਸੀਡੈਂਟ ਵਾਪਰਿਆ ਉਹਦੇ ਲਈ ਮੁੱਖ ਮੰਤਰੀ ਜੇ ਹੋਮ ਮਿਨਿਸਟਰ ਨੂੰ ਜ਼ਿੰਮੇਵਾਰ ਠਹਿਰਾਵਾਂਗੇ ਤੇ ਕਿਤੇ ਨਾ ਕਿਤੇ ਸਵਾਲ ਫਿਰ ਸਭ ਜਗ੍ਹਾ ਹੀ ਹੋਣਗੇ। ਮਗਰ ਕੋਆਪਰੇਸ਼ਨ ਮੇਰੀ ਪਹਿਲਾਂ ਜੋ ਫਰਕ ਕੀ ਲੱਗਦਾ ਤੁਹਾਨੂੰ? ਪਹਿਲਾਂ ਵੀ ਦੇਖੋ, ਪਹਿਲੀ ਜਿਹੜੀ SIT ਬਣੀ ਸੀ ਨਾ ਜੀ, ਉਹਦੇ ਤੇ 4 ਮੈਂਬਰ ਆਪ ਹੀ ਉਸ SIT ਇੱਕ ਮੈਂਬਰ ਤੋਂ ਵੱਖ ਹੋ ਗਏ ਸਨ ਕਿ ਇਹ ਸਿਆਸਤ ਕਰ ਰਿਹਾ। ਉਸ ਵੇਲੇ SIT ਦੇ ਮੈਂਬਰਾਂ ਨੇ ਕਹਿਤਾ ਸੀ, ਔਰ ਉਹ ਗੱਲ ਸਪਸ਼ਟ ਵੀ ਹੋ ਗਈ। ਉਹਨਾਂ ਨੇ ਅਸਤੀਫਾ ਦੇ ਕੇ ਇਲੈਕਸ਼ਨ ਲੜ ਲਈ ਇੱਕ ਪਾਰਟੀ 'ਚ। ਮਤਲਬ ਉਹਨਾਂ ਨੇ ਇੱਕ ਇਨਕੁਆਇਰੀ ਦਾ ਫਾਇਦਾ ਉਠਾਇਆ ਆਪਣੇ ਵਾਸਤੇ, ਔਰ ਉਹ ਸਾਰੀ SIT ਦੀ ਜਿਹੜੀ ਇਨਕੁਆਇਰੀ ਸੀ ਆਨਰੇਬਲ ਹਾਈ ਕੋਰਟ ਨੇ ਸੈਟ ਅਸਾਈਡ ਕਰਤੀ, ਔਰ ਬੜੀ ਸਖਤ ਟਿੱਪਣੀਆਂ ਕੀਤੀਆਂ ਗਈਆਂ। ਸੋ ਇਹ ਜੀ ਪੋਲੀਟੀਸਾਈਜੇਸ਼ਨ ਨਾ ਹੋਵੇ, ਕੋਆਪਰੇਸ਼ਨ ਫੁੱਲ ਹੋਊਗੀ। ਔਰ ਅੱਜ ਕੀ ਹੈ, ਦੇਖੋ ਆਪਾਂ ਨੂੰ ਨਾ ਗੱਲ ਸਮਝ ਲੈਣੀ ਚਾਹੀਦੀ, ਬੇਅਦਬੀ ਦੀਆਂ ਜਿਹੜੀਆਂ ਦੁਖਦਾਈ ਘਟਨਾਵਾਂ ਸੀ ਉਹਦੀਆਂ ਜਿਹੜੀਆਂ ਚਾਰਜ ਸ਼ੀਟ ਨੇ, ਚਲਾਨ ਉਹ ਪੇਸ਼ ਹੋ ਗਏ ਸਾਰੇ। ਅੱਜ ਜਿਹੜਾ ਪਿਛਲੀ ਵਾਰੀ ਗਏ ਸਾਂ ਉਹ ਬਹਿਬਲ ਕਲਾਂ ਜਿਹੜੇ ਦੁਖਦਾਈ ਫਾਇਰਿੰਗ ਹੋਈ, ਉਹ 'ਚ 2 ਬੰਦੇ ਆਪਣੇ ਸਾਡੇ ਸਿੱਖ ਮਾਰੇ ਗਏ, ਉਹਦੇ 302 ਦੀ ਸੀਗੀ। ਹੁਣ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਤਾਂ ਮੌਕੇ ਵਾਕਿਆ 'ਚ ਮੌਜੂਦ ਨਹੀਂ ਸੀ, ਕਿਉਂਕਿ 302। ਮਗਰ ਜੇ ਤੁਸੀਂ ਇਹਦਾ
ਇਹਦੇ 'ਚ ਸਿਆਸਤ ਕਰੋਗੇ ਤੇ ਪਰਚਾ ਉਹਨਾਂ ਦਾ ਕਮਜ਼ੋਰ ਕਰੋਗੇ, ਉਹਨਾਂ ਨੂੰ ਫਿਰ ਇਨਸਾਫ ਨਹੀਂ ਮਿਲਣਾ, ਫਿਰ ਵਿਚਾਰੇ ਉੱਥੇ ਦੇ ਉੱਥੇ ਖਲੋਤੇ ਰਹਿਣਗੇ। ਕਿਉਂਕਿ 302 ਤੁਸੀਂ ਵੀ ਸਮਝਦੇ ਹੋ ਕਿ ਫਾਇਰਿੰਗ ਇਨਸੀਡੈਂਟ ਹੈ, ਕਿਸੇ ਨੂੰ ਗੋਲੀ ਲੱਗੀ, ਕਿਸੇ ਦੀ ਡੈਥ ਹੋਈ, ਮੌਕੇ ਤੇ ਕੌਣ ਸੀ, ਕੀ ਹਾਲਾਤ ਬਣੇ, ਉਹਦੇ 'ਚ ਤੁਸੀਂ ਕਿਸੇ ਹੋਰ ਨੂੰ, ਕੋਈ ਚੰਡੀਗੜ੍ਹ ਹੈ ਜਾਂ ਕੋਈ ਪੰਜਾਬ ਤੋਂ ਬਾਹਰ ਹੈ, ਉਹਨੂੰ ਫੜ ਕੇ ਇਸ ਕੇਸ 'ਚ ਇਨਵੋਲਵ ਕਰਨ ਲੱਗ ਜਾਓਗੇ, ਕਿਵੇਂ ਗੱਲ ਬਣੂਗੀ? ਫਿਰ ਪੋਲੀਟੀਸਾਈਜੇਸ਼ਨ ਹੋ ਗਈ, ਕੇਸ ਵੀਕ ਹੋ ਗਿਆ, ਹਾਈ ਕੋਰਟ 'ਚ ਉਹੀ ਕੁਝ ਟਿੱਪਣੀ ਹੋਣੀ ਹੈ। ਫਿਰ ਇਸੇ ਤਰ੍ਹਾਂ ਅੱਜ ਵਾਲੇ ਕੇਸ 'ਚ ਦੁਖਦਾਈ ਹੋਇਆ ਜੋ ਕੁਝ ਉਸ ਦਿਨ ਹੋਇਆ, ਲਾਅ ਐਂਡ ਆਰਡਰ ਦੇ ਇਸ਼ੂ ਹੈ, ਮਗਰ ਉਹਦੇ 'ਚ ਵੀ ਫਾਇਰਿੰਗ 'ਚ ਡੈਥ ਕਿਸੇ ਦੀ ਨਹੀਂ ਹੋਈ, ਇੱਕ ਦੇ ਗੋਲੀ ਵੱਜੀ, ਪੁਲਿਸ ਵਾਲਿਆਂ ਦੇ ਵੀ ਗੋਲੀ, ਪੁਲਿਸ ਵਾਲਿਆਂ ਦੇ ਵੀ ਸੱਟ ਵੱਜੀ ਤੇ ਦੂਜੇ ਪਾਸੇ ਵੀ, ਉਹਦੀ ਇਨਕੁਆਇਰੀ ਹੈ। ਚਲੋ ਤੁਸੀਂ ਕਰ ਲਓ, ਸਾਫ਼ ਕਰੋ, ਜੋ ਸੱਚ ਹੈ ਉਹ ਸਾਹਮਣੇ ਆਵੇ, ਮਗਰ ਜੇ ਉਹਦੇ 'ਚ ਪੋਲੀਟੀਸਾਈਜੇਸ਼ਨ ਹੋਊਗਾ ਤੇ ਫਿਰ ਲੱਭੂ ਤਾਂ ਫਿਰ ਕੁਝ ਨਹੀਂ। ਤੁਹਾਨੂੰ ਲੱਗਦਾ ਹੈ ਚੀਜ਼ਾਂ ਸਪਸ਼ਟ ਹੋ ਜਾਣਗੀਆਂ, ਸਾਹਮਣੇ ਆ ਜਾਣ? 25 ਕਰੋੜ ਚ ਐਮਐਲਏ ਉਹਨਾਂ ਦੇ ਖਰੀਦੇ ਜਾ ਰਹੇ, ਆਮ ਆਦਮੀ ਪਾਰਟੀ ਨੇ ਕੱਲ ਮੈਨੂੰ ਤਾਂ ਦੁੱਖ ਹੁੰਦਾ, ਏਡੇ ਸਸਤੇ ਨੇ ਇਹ, ਏਡੇ ਮਤਲਬ ਕੋਈ ਨਾਲੇ ਤਾਂ ਕੇਜਰੀਵਾਲ ਸਿੰਘ ਆਪ ਕਹਿੰਦੇ ਸੀ ਕਿ ਮੈਂ ਅਨਮੋਲ ਹੀਰੇ ਚੁਣੇ ਆ, ਅਨਮੋਲ ਹੀਰੇ ਦੀਆਂ ਹਰਕਤਾਂ ਤਾਂ ਆਪਾਂ ਵੇਖ ਹੀ ਰਹੇ ਹਾਂ ਸਭ ਦੀਆਂ, ਸਾਰੇ ਜਿੰਨੇ ਵੀ ਇਹਨਾਂ ਦੇ ਮਾਜਰੇ ਆ ਉਹਨਾਂ ਦੀ ਵੀ ਹਰਕਤਾਂ ਵੇਖ ਰਹੇ ਆ, ਸਰਾਰੀ ਸਾਹਿਬ ਫਰਾਰੀ ਸਾਹਿਬ ਬਣੇ ਫਿਰਦੇ ਉਹ ਵੀ ਵੇਖ ਰਹੇ ਆ, ਆਪਣਾ ਹੋਰਾਂ ਦੀ ਵੀ ਆਡੀਓ ਵੀਡੀਓ ਆ ਰਹੀ ਹੈ। ਨਹੀਂ ਇਹ ਮਗਰ ਇਹ ਏਡੇ ਸਸਤੇ ਨੇ। ਹਰਪਾਲ ਚੀਮਾ ਹੋਰੀ ਕਹਿੰਦੇ ਕਿ 1375 ਕਰੋੜ ਰੁਪਈਆ ਇਹਨਾਂ ਨੇ ਰੱਖਿਆ। ਹਰਪਾਲ ਚੀਮਾ ਸਾਹਿਬ ਤਾਂ ਐ ਭੁੱਲ ਗਏ ਕਿ ਉਹ ਪੰਜਾਬ ਦੇ ਖਜ਼ਾਨਾ ਮੰਤਰੀ ਨੇ, ਭਾਜਪਾ ਦੇ ਖਜ਼ਾਨਚੀ ਨਹੀਂ ਆ। ਉਹ 1375 ਤਾਂ ਐ ਕਰ ਰਹੇ ਜਿਵੇਂ ਉਹਨਾਂ ਨੇ ਆਪ ਗਿਣ ਕੇ ਰੱਖੇ ਪਾਸੇ। ਇਹ ਕਿੱਥੋਂ ਹਿਸਾਬ ਲਾਇਆ? ਮੈਂ ਵੀ ਅੱਜ ਪੜ੍ਹ ਕੇ ਬੜਾ ਹੈਰਾਨ ਹੋਇਆ, ਆਕਾ ਬੱਕੀ ਹੋਏ ਕਿ ਹਰਪਾਲ ਚੀਮਾ ਸਾਹਿਬ ਦਾ ਹਿਸਾਬ ਕਿਹੜਾ ਸੀ ਇਹ 1375 ਵਾਲਾ? ਨਹੀਂ ਗਿਣੇ ਨੋਟ ਕਿਨੇ? ਚੀਮਾ ਸਾਹਿਬ ਨੇ। ਫਿਰ ਕੀ ਇਹ ਵੀ ਇਹਨਾਂ ਦਾ ਵੀ ਕੋਈ ਮੁੱਲ ਪੈ ਗਿਆ? ਇਹ ਗੱਲਾਂ ਨਾ ਸ਼ੋਭ ਦੀਆਂ ਨਹੀਂ, ਐਡੇ ਅਥਾਰਟੀ 'ਚ ਬੈਠੇ ਹੋ ਤੇ ਕੀ ਤੁਸੀਂ ਪੰਜਾਬ ਦੀ ਕੀ ਇਹਨਾਂ ਦੇ ਐਮਐਲਏ ਫਿਰ ਇੰਨੇ ਸਸਤੇ ਆ? ਤੇ ਕੀ ਮੇਰੀ ਬੇਨਤੀ ਸੁਣੋ, ਕੀ ਇਹ ਸਮਝਦੇ ਪੰਜਾਬ ਦੇ ਲੋਕ ਬਕਾਊ ਨੇ? ਇਸ ਤਰ੍ਹਾਂ ਨਾ ਕਰੋ, ਆਪ ਦਾ ਕੰਮ ਕਰੋ। ਕੰਮ ਤੁਸੀਂ ਕਰਦੇ ਕੋਈ ਨਹੀਂ, ਸਾਰਾ ਦਿਨ ਖੜੇ ਨਾਲ ਕੇਜਰੀਵਾਲ ਦੇ, ਕਿੱਥੇ ਖੜੇ ਆ? ਇਹ ਤਾਂ ਖਲੋਤੇ ਵੀ ਨਹੀਂ ਦਿਸਦੇ ਤੇ ਖੜੇ ਕਿੱਥੇ ਦਿਸਦੇ ਨੇ? ਕੰਮ ਤਾਂ ਕਰਨ ਕੋਈ। ਇਹ ਕੱਟਰ ਇਮਾਨਦਾਰ ਤਾਂ ਤੁਸੀਂ ਵੀਡੀਓ ਆਡੀਓ ਵੇਖ ਹੀ ਰਹੇ ਹੋ ਨਾ, ਇਹਨਾਂ ਦੀਆਂ ਰੋਜ਼ ਆ ਰਹੀਆਂ ਨੇ, ਕਾਰਵਾਈ ਕਰੋ। ਸਰਾਰੀ ਮਾਮਲੇ 'ਚ ਉਹ ਕਹਿੰਦੇ ਕਿ ਜਾਂਚ ਜਿਹੜੀ ਇਹ ਚੱਲ ਰਹੀ ਹੈ। ਕਮਾਲ ਦੀ ਗੱਲ ਹੋ ਗਈ, ਇੱਕ ਆਡੀਓ ਜਿਹੜੀ ਤੁਸੀਂ ਅੱਜ ਤੱਕ ਸਿੰਗਲੇ ਦੀ ਆਡੀਓ ਵੇਖੀ? ਬਰਾੜ ਤੂੰ ਤਾਂ ਇਹੋ ਜਿਹੀ ਚੀਜ਼ ਵੇਖ ਲੈਣਾ ਜਿਹੜਾ ਕਿਸੇ ਨੇ ਨਹੀਂ ਵੇਖੀ ਹੁੰਦੀ। ਕੱਲ ਵੀ ਜਾ ਮੈਂ ਵੇਖਿਆ ਸੀ, ਉੱਥੇ ਸਵਾਲ ਕਰੀ ਜਾਂਦਾ ਸਾਂ ਤੂੰ ਉਹਦੇ ਹੱਕ ਲੈ ਕੇ, ਹੋਮ ਮਿਨਿਸਟਰ ਦੇ ਹੱਕ 'ਚ। ਚਲੋ ਛੱਡੋ ਗੱਲ, ਮੈਨੂੰ ਕੀ ਹੈ ਕਰੀ ਜਾਓ ਤੁਸੀਂ, ਮਗਰ ਮੈਨੂੰ ਇੱਕ ਗੱਲ ਦੱਸੋ, ਮੁਲਾਕਾਤ ਹੋਈ ਹੈਗੀ ਉਸ ਤਰਸੀਮ ਕਪੂਰ ਜੀ ਦੀ ਆਡੀਓ ਵਾਇਰਲ ਹੋਈ, ਹੁਣ ਰਾਜੀਨਾਮਾ ਕਰਾ ਰਹੇ ਆ। ਤੁਸੀਂ ਗੱਲ ਸਮਝੋ ਪਲੀਜ਼। ਹੁਣ ਹਰਪਾਲ ਚੀਮਾ ਤੇ ਭਗਵੰਤ ਮਾਨ, ਤਰਸੇਮ ਕਪੂਰ, ਜੋਨੀ ਕਪੂਰ ਤੇ ਫਰਾਰੀ ਦਾ ਸਰਾਰੀ ਦਾ ਰਾਜੀਨਾਮਾ ਕਰਾ ਰਹੇ ਆ ਕਿ ਸਰਾਰੀ ਸਾਹਿਬ ਦੀ ਫਰਾਰੀ ਸਾਹਿਬ ਨਾਲ ਬਣਾਉਣੀ ਪੈ ਜੇ। ਇਹਨਾਂ ਦਾ ਰਾਜੀਨਾਮਾ ਕਰਵਾਇਆ ਜਾ ਰਿਹਾ, ਚੀਫ ਮਿਨਿਸਟਰ ਆਫਿਸ ਇਨਵੋਲਡ ਹੈ। ਤੁਸੀਂ ਵੇਖ ਲਓ ਕਿ ਹੁਣ ਕਰਪਸ਼ਨ ਦੇ ਮਾਮਲੇ 'ਚ ਮਾਰਕਫੈਡ ਦੀ ਠੱਗੀ ਆ, ਬੋਰੀਆਂ ਜਿਹੜੀ ਗਰੀਬ ਲੋਕਾਂ ਨੂੰ ਮਿਲਣਿਆ ਸੀ ਆਟਾ, ਉਹਦੀ ਠੱਗੀ ਦਾ ਮਾਮਲਾ। ਔਰ ਐਕਸ਼ਨ ਕਰਨ ਦੀ ਜਗ੍ਹਾ ਜਿਹੜੀ ਆਡੀਓ ਤੁਸੀਂ ਕਿਸੇ ਨੇ ਨਹੀਂ ਸੁਣੀ ਸਿੰਗਲਾ ਸਾਹਿਬ ਦੀ, ਉਹਨੂੰ ਤਾਂ ਬਰਖਾਸਤ ਕਰਤਾ। ਮੁੜ ਕੇ ਬਰਖਾਸਤ ਕਰਨ ਤੋਂ ਬਾਅਦ, ਡਰਾਮਾ ਰਚਣ ਤੋਂ ਬਾਅਦ ਅੱਜ ਤੱਕ ਚਾਰਜ ਸ਼ੀਟ ਨਹੀਂ ਫਾਈਲ ਕੀਤੀ। ਸਾਰੇ ਸਰਕਾਰੀ ਪ੍ਰੋਗਰਾਮ ਵਿੱਚ ਵਜ਼ੀਰਾਂ ਦੇ ਨਾਲ ਉਹ ਨਾਲ ਬਹਿ ਰਹੇ ਆ। ਦੋਹਰੇ ਮਾਪਦੰਡ ਹੋ ਗਏ। ਜਿਹੜੀ ਆਡੀਓ ਦੁਨੀਆ ਨੇ ਸੁਣ ਲਈ, ਸਾਹਮਣੇ ਆ ਗਈ, ਉਹਦੇ ਵਾਸਤੇ ਇਹ ਬਹਿ ਰਾਤ ਨੇ ਰਾਜੀਨਾਮੇ ਕਰਾ ਰਹੇ। ਹਰੇ ਇਹਨਾਂ ਨੇ ਆਥੈਂਟਿਸਿਟੀ ਚੈੱਕ ਕਰਨੀ ਹੈ, ਮਤਲਬ ਕਾਰਵਾਈ ਕਰਨੀ ਕੋਈ ਨਹੀਂ। ਇਹ ਡਰਦੇ ਆ ਕਿ ਜੇ ਸਰਾਰੀ ਸਾਹਿਬ ਤੇ ਐਕਸ਼ਨ ਲੈ ਲਿਆ, ਇਹਨਾਂ ਨੂੰ ਇਹ ਡਰ ਹੈ ਕਿ ਸਰਾਰੀ ਸਾਹਿਬ ਕਈ ਸਾਡੀਆਂ ਪਰਤਾਂ ਖੋਲਣਗੇ। ਇਹ ਤਾਂ ਹੁਣ ਆਪਰੇਸ਼ਨ ਕਵਰ ਅਪ ਸ਼ੁਰੂ ਹੋ ਗਿਆ। ਉਹ ਕਹਿੰਦੇ ਆ ਕਿ ਕਿਉਂਕਿ ਹਜੇ ਉਹਦੇ ਖਿਲਾਫ ਕਹਿੰਦੇ ਕਿ ਅਜੇ ਦੋਸ਼ ਸਾਬਤ ਨਹੀਂ ਹੋਏ, ਤਾਂ ਕਰਕੇ ਉਹ ਮੀਟਿੰਗਾਂ 'ਚ ਬਹਿੰਦੇ ਆ। ਭਾਈ ਫਿਰ ਮੁੱਖ ਮੰਤਰੀ ਝੂਠ ਬੋਲਦਾ ਸੀ, ਫਿਰ ਕਹਿ ਦਿਓ ਕਿ ਭਗਵੰਤ ਮਾਨ ਸਾਹਿਬ ਝੂਠੇ ਨੇ, ਫਿਰ ਆਪ ਵਾਲੇ ਇਹ ਕਹਿ ਦੇਣ। ਕਿਉਂਕਿ ਉਸ ਗੱਲ ਨੂੰ ਤਾਂ ਚੀਫ ਮਿਨਿਸਟਰ ਨੇ ਕਿਹਾ ਕਿ ਮੈਂ ਸੁਣੀ, ਮੈਂ ਵੇਖੀ। ਆਪੋਜੀਸ਼ਨ ਨੇ ਤਾਂ ਵੇਖੀ ਨਹੀਂ, ਸੁਣੀ ਨਹੀਂ, ਮੈਂ ਕਾਰਵਾਈ ਕੀਤੀ। ਜੇ ਇਸ ਗੱਲ ਨੂੰ ਚੀਫ ਮਿਨਿਸਟਰ ਨੇ ਆਪ ਵੇਖਿਆ ਹੋਵੇ, ਸੁਣਿਆ ਹੋਵੇ, ਕਨਵਿੰਸਡ ਹੋਣ, ਤਦੇ ਪਰਚਾ ਦਿੱਤਾ ਨਾ, ਤਦੇ ਬਰਖਾਸਤ ਕੀਤਾ। ਤੇ ਅੱਜ ਫਿਰ ਚਾਰਜ ਸ਼ੀਟ ਕਿਉਂ ਨਹੀਂ? ਅੱਜ ਪਾਰਟੀ ਚੋਂ ਕੱਢਿਆ ਕਿਉਂ ਨਹੀਂ? ਅੱਜ ਉਹ ਹਰ ਵਜ਼ੀਰ ਨਾਲ, ਚਾਹੇ ਉਹ ਆਪਣਾ ਕੀ ਨਾਂ ਜੀ ਅਮਨ ਅਰੋੜਾ ਜੀ ਨਾਲ, ਬੀਬੀ ਜੀ ਸਾਡੇ ਜਿਹੜੇ ਹੋਰ ਮਿਨਿਸਟਰ ਨੇ ਮਲੋਟ ਵਾਲੇ, ਉਹਨਾਂ ਨਾਲ, ਹਰ ਮਿਨਿਸਟਰ ਨਾਲ ਤਾਂ ਬਹਿ ਕੇ ਮੀਟਿੰਗਾਂ ਕਰ ਰਹੇ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਬਣੇ ਪਏ ਆ। ਮਤਲਬ ਕਿ ਦੋਹਰੇ ਮਾਪਦੰਡ ਨੇ। ਸਿਰਫ ਗੁਜਰਾਤ
ਤੇ ਹਿਮਾਚਲ ਦੀ ਇਲੈਕਸ਼ਨਾਂ 'ਚ ਮੱਦੇਨਜ਼ਰ ਨੇ ਕਰਪਸ਼ਨ ਇਹਨਾਂ ਲਈ ਮੁੱਦਾ ਨਹੀਂ ਆ। ਹੁਣ ਵੀ ਰਾਤ ਦੀਆਂ ਮੀਟਿੰਗਾਂ ਕੌਣ ਕਰਾ ਰਿਹਾ? ਆਪ ਦੀ ਮੇਰੇ ਕੋਲ ਸਪਸ਼ਟ ਇਨਫੋਰਮੇਸ਼ਨ ਚੀਫ ਮਿਨਿਸਟਰ ਆਫਿਸ ਐਂਡ ਫਾਈਨੈਂਸ ਮਿਨਿਸਟਰ ਆਫਿਸ ਕਰਾ ਰਿਹਾ ਕਿ ਇਹ ਰਾਜੀਨਾਮਾ ਹੋ ਜੇ, ਰੌਲਾ ਨਾ ਵਧੇ। ਮੁੱਖ ਮੰਤਰੀ ਕਿਉਂ ਵਿਚਾਰ ਕਰ ਰਹੇ ਨੇ? ਆਡੀਓ ਐਡਿਟ ਕੀਤੀ ਗਈ ਹੈ ਕਹਿੰਦੇ ਆਡੀਓ। ਇਹ ਕਿਵੇਂ ਪਤਾ ਲੱਗੂ ਜੀ ਤੁਹਾਨੂੰ? ਸਿੰਗਲਾ ਸਾਹਿਬ ਦੀ ਤਾਂ ਆਈ ਨਹੀਂ, ਨਾ ਆਡਿਟਡ ਆਈ ਨਾ ਅਸਲ ਆਈ, ਤੇ ਉੱਤੇ ਹੋ ਗਿਆ ਐਕਸ਼ਨ। ਤੇ ਜਿਹੜੀ ਜੀ ਆਈ ਆ ਆਡੀਓ ਵੀਡੀਓ ਇਹ CBI ਨੂੰ ਦੇ ਦੇਣ, ਜਾਂਚ ਹੋ ਜੇ ਤੇ ਸਪਸ਼ਟ ਹੋ ਜੂ ਕੀ ਹੋ ਰਿਹਾ, ਕੀ ਸੱਚ ਆ ਕੀ ਝੂਠ। ਮੁੱਖ ਮੰਤਰੀ ਕਿਉਂ ਬਚਾਉਣਾ ਚਾਹੁੰਦੇ ਨੇ? ਤੁਸੀਂ ਕਹਿ ਰਹੇ ਹੋ ਮੁੱਖ ਮੰਤਰੀ ਬਚਾ ਰਹੇ ਨੇ ਸਰਾਰੀ ਸਾਹਿਬ ਨੂੰ। ਕਿਉਂ ਨਾ ਬਚਾਵੇ? ਰੌਲਾ ਕਿਹਦਾ ਪਊ? ਇਹ ਜਿੰਨੀਆਂ ਫੜੋਗੇ ਨਾ ਸਰਾਰੀਆਂ ਫਰਾਰੀਆਂ ਤੇ ਹੋਰ, ਇਹਨਾਂ ਨੇ ਅਖੀਰ 'ਚ ਇਹਨਾਂ ਦੀ ਪੋਲ ਖੋਲ੍ਹਣੇ ਆ। ਦੇਖੋ ਐਡੀ ਆਡੀਓ ਕਿਹਨੇ ਜਨਤਕ ਕੀਤੀ? ਜੋਨੀ ਕਪੂਰ, ਤਰਸੇਮ ਕਪੂਰ, ਉਹ ਕੌਣ ਨੇ? ਆਪ ਦੇ ਵੋਲੰਟੀਅਰ ਨੇ, ਉਹਦੇ OSD ਦੇ ਵਜੋਂ ਕੰਮ ਕਰਦੇ। ਤੁਸੀਂ ਆਡੀਓ ਦੱਸਦੀ ਹੈ ਕਿ ਕਿੰਨੀ ਨੇੜਤਾ, ਉਹਨਾਂ ਦੇ ਬੰਦੇ ਜਨਤਕ ਕਰ ਰਹੇ ਆ, ਫਿਰ ਵੀ ਐਕਸ਼ਨ ਕੋਈ ਨਹੀਂ ਹੋ ਰਿਹਾ, ਕਵਰ ਅਪ ਹੋ ਰਿਹਾ। ਕੈਮਰਾ ਪਰਸਨ ਪ੍ਰੀਤਮ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਕੀ ਹੁੰਦੀ ਹੈ ਜਮਾਬੰਦੀ? ਕਿਵੇਂ ਬਣਦੀ ਹੈ ਵਸੀਅਤ? ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।